सतनाम वाहेगुरु साहिब जीओ। सोरठ महला तीजा। भगत खजाना भगतन को दिया, नाउ हर तन सच सोए। अखुट नाम धन कदे न खुटै नाहि, किने न कीमत होए। भगत खजाना भगतन को दिया, नाउ हर तन सच सोए। अखुट नाम धन कदे न खुटै नाहि, किने न कीमत होए। नाम धन मुख उजले होए, हर पाया सच सोए। मन मेरे गुर शब्दी हर पाया जाए, बिन शब्दै जग भुलदा फिरदा, दरगाह मिलै सजाए। रहाओ इस देही अंदर पंच चोर बस हैं, काम क्रोध लोभ मोह अहंकारा। अमृत लूटह मन मुख नहीं बूझह, कोई न सुनै पुकारा। अंधा जगत अंध बरतारा, बाज गुरु गुबारा। हूँ मैं मेरा कर कर बगुते, केह चलै न चल ध्यान नाल। गुरमुख होवै सो नाम ते आवै, सदा हर नाम संभाल। सच्ची बाणी हर गुण गावै, नदरी नदर निहाल। सतगुर ज्ञान सदा घट चानण, अमर सिर बादशाहा। अन दिन भगत करह दिन राती, राम नाम सच लाहा। नानक राम नाम निस्तारा, शब्द रते हर पाहा। नानक राम नाम निस्तारा, शब्द रते हर पाहा। परम सत्कारयोग गुरु रूप गुरु प्यारी साध संगत जीओ। आओ मनां दीआं खिंडियां होईयां बिरतियां करिए एकागर, करिए रसना पवित्र ते बोलीए सारे। वाहिगुरु जी का खालसा, वाहिगुरु जी की फतेह। गुरमुख प्यारिओ, ਕਰਮਾਂ ਵਾਲੇ ਆ, ਭਾਗਾਂ ਵਾਲੇ ਆ, ਕਿਉਂਕਿ ਗੁਰਬਾਣੀ ਦਾ ਫਰਮਾਨ ਆ, ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਮਨ ਨੂੰ ਚੰਗੇ ਵਿਚਾਰਾਂ ਦੀ ਲੋੜ ਹੁੰਦੀ ਹੈ। ਜਦੋਂ ਮਨ ਚੰਗੇ ਵਿਚਾਰ ਸੁਣਦਾ ਤਾਂ ਇਹ ਚੰਗਾ ਬਣਦਾ ਜਾਂਦਾ, ਤੇ ਜਦੋਂ ਇਹ ਬੁਰੇ ਵਿਚਾਰ ਸੁਣਦਾ ਤਾਂ ਇਹ ਬੁਰਾ ਬਣਦਾ ਜਾਂਦਾ। ਇਸੇ ਕਰਕੇ ਸਾਨੂੰ ਸਮਝਾਇਆ ਗਿਆ, ਸਭ ਤੋਂ ਪਹਿਲਾਂ ਸੁਣਿਆ ਦੀਆਂ ਪੌੜੀਆਂ ਆਉਂਦੀਆਂ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ। ਇਹ ਅੰਦਰਲੇ ਤੀਰਥ ਤੇ ਮਨ ਕਿਤੇ ਇਸ਼ਨਾਨ ਕਰ ਲਵੇ, ਇਹ ਪਵਿੱਤਰ ਹੋ ਸਕਦਾ, ਸਾਫ ਹੋ ਸਕਦਾ। ਜਿਸ ਪ੍ਰਾਣੀ ਦਾ ਮਨ ਸਾਫ ਹੋ ਗਿਆ ਤੇ ਉਹਦੇ ਕੰਮ ਆ ਜਿਹੜੇ
ਉਹ ਨਿਰਮਲ ਹੋ ਜਾਂਦੇ ਆ, ਮੈਲ ਤੋਂ ਰਹਿਤ ਹੋ ਜਾਂਦੇ ਆ, ਉਹਦੇ ਕੰਮ ਸੱਚੇ ਸੁੱਚੇ ਹੋ ਜਾਂਦੇ ਆ, ਉਹਦੇ ਅੰਦਰੋਂ ਕਲ ਮੁੱਕ ਜਾਂਦੀ ਹੈ, ਝੂਠ ਤੂਫਾਨ ਖਤਮ ਹੋ ਜਾਂਦਾ ਅਤੇ ਗੁਰੂ ਤੋਂ ਨਾਮ ਪ੍ਰਾਪਤ ਹੋ ਜਾਂਦਾ। ਸਵਰਿਆ ਹੋਇਆ ਮਨੁੱਖ ਬਣ ਸਕਦਾ। ਆਪ ਸਵਾਰਾ ਹੈ ਮੈਂ ਮਿਲਾ ਹੈ, ਮੈਂ ਮਿਲਿਆ ਸੁਖ ਹੋਏ। ਮਨੁੱਖ ਗੁਰੂ ਦੇ ਨਾਲ ਜੁੜ ਕੇ ਆਤਮਿਕ ਸੁਖ ਦੀ ਪ੍ਰਾਪਤੀ ਕਰ ਸਕਦਾ ਹੈ। ਅਗਰ ਗੁਰੂ ਦੇ ਨਾਲ ਨਾ ਜੁੜਿਆ, ਫਿਰ ਇਹ ਤਿੰਨਾਂ ਗੁਣਾਂ ਦੇ ਵਿੱਚ ਹੀ ਆਪਣਾ ਜੀਵਨ ਬਤੀਤ ਕਰਕੇ ਚਲਿਆ ਜਾਂਦਾ। ਇਹਦਾ ਜਿਹੜਾ ਜਨਮ ਮਰਨ ਆ ਉਸੇ ਤਰ੍ਹਾਂ ਰਹਿੰਦਾ, ਮੁਕਤੀ ਦੀ ਦਾਤ ਪ੍ਰਾਪਤ ਨਹੀਂ ਹੁੰਦੀ, ਨਾਮ ਦਾ ਕਿਣਕਾ ਵੀ ਅੰਦਰ ਨਹੀਂ ਜਾਂਦਾ, ਕਿਉਂਕਿ ਸਭ ਤੋਂ ਵੱਡੀ ਚੀਜ਼ ਆ ਨਾਮ, ਉਹ ਪਰਮਾਤਮਾ ਵਾਹਿਗੁਰੂ ਦਾ ਨਾਮ ਹੈ। ਕਿ ਨਾਮ ਹੈ ਸੱਚ, ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੱਚਾ ਪਰਮਾਤਮਾ ਦਾ ਨਾਮ ਆ। ਮਿਲਦਾ ਕਿੱਥੋਂ ਆ? ਗੁਰੂ ਕੋਲੋਂ। ਸਾਡੇ ਗੁਰੂ ਕੌਣ ਆ? ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ। ਸਾਨੂੰ ਕੀ ਹੁਕਮ ਆ? ਵੀ ਗੁਰੂ ਦੇ ਕੋਲ ਬਹਿਣਾ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਲੇ। ਸ਼ਬਦ ਦੇ ਵਿੱਚੋਂ ਖੋਜ ਕਰਨੀ ਹੈ ਭਾਈ। ਸ਼ਬਦ ਦੇ ਵਿੱਚ ਕੀ ਆ? ਗਿਆਨ। ਗਿਆਨ ਲੈ ਕੇ ਸਾਡੀ ਆਤਮਾ ਤੇ ਪਰਮਾਤਮਾ ਦਾ ਅੰਦਰੋਂ ਹੀ ਵਿਛੋੜਾ ਪਿਆ ਹੋਇਆ, ਉਹ ਵਿਛੋੜਾ ਖਤਮ ਕਰ ਲੈਣਾ ਮਨੁੱਖ ਨੇ। ਉਸੇ ਵਿਛੋੜੇ ਨੂੰ ਖਤਮ ਹੋਣ ਨੂੰ ਹੀ ਕਿਹਾ ਜਾਂਦਾ। ਮਨ ਨੇ ਇਸ਼ਨਾਨ ਕਰ ਲਿਆ, ਮਨ ਸਬਰ ਗਿਆ, ਮਨ ਚੰਗੇ ਵਿਚਾਰਾਂ ਵਾਲਾ ਬਣ ਗਿਆ, ਮਨ ਕਲ ਤੋਂ ਛੁੱਟ ਗਿਆ, ਮਨ ਤਿੰਨਾਂ ਗੁਣਾਂ ਤੋਂ ਉੱਪਰ ਹੋ ਗਿਆ। ਚੌਥੀ ਪਦਵੀ ਜਿਹਨੂੰ ਉਨਮਨ ਅਵਸਥਾ ਵੀ ਕਿਹਾ ਜਾਂਦਾ, ਆਨੰਦ ਦੀ ਅਵਸਥਾ ਵੀ ਕਿਹਾ ਜਾਂਦਾ, ਉਹਦੇ ਵਿੱਚ ਮਨ ਪਹੁੰਚ ਸਕਦਾ। ਪਰ ਇਹ ਗੱਲੀ ਯੋਗ ਨਾ ਹੋਏ, ਗੱਲਾਂ ਦੇ ਨਾਲ ਨਹੀਂ ਭਾਈ। ਇਹਦੇ ਵਾਸਤੇ ਮਿਹਨਤ ਕਰਨੀ ਪਵੇਗੀ। ਪਹਿਲਾਂ ਧਰਮੀ ਹੋਣਾ ਪਵੇਗਾ। ਅਸਲੀ ਧਰਮ ਕੀ ਹੈ? ਸੱਚਾ ਧਰਮ ਕੀ ਹੈ? ਗੁਰਬਾਣੀ ਦੇ ਮੁਤਾਬਕ ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਤੇਰੇ ਕਰਮ ਨਿਰਮਲ ਹੋ ਜਾਣ, ਅੰਦਰੋਂ ਬਾਹਰੋਂ ਤੂੰ ਇੱਕ ਹੋ ਜਾਵੇਂ। ਹਰੀ ਪਰਮਾਤਮਾ ਵਾਹਿਗੁਰੂ ਦੇ ਨਾਲ ਜੁੜ ਕੇ ਤੂੰ ਉਸ ਆਨੰਦ ਤੱਕ ਪਹੁੰਚਣਾ। ਪਹਿਲਾਂ ਧਰਮੀ ਹੋਣਾ, ਧਰਮ ਤੋਂ ਬਾਅਦ ਗਿਆਨ ਖੰਡ। ਪੰਜੇ ਖੰਡ ਸਾਨੂੰ ਜਪਜੀ ਸਾਹਿਬ ਜੀ ਦੇ ਵਿੱਚ ਸਮਝਾਏ ਹੋਏ ਆ। ਪਹਿਲਾਂ ਧਰਮ ਖੰਡ, ਫਿਰ ਗਿਆਨ ਲੈਣਾ ਗਿਆਨ ਖੰਡ, ਫਿਰ ਗਿਆਨ 'ਤੇ ਚੱਲਣਾ ਸ਼ਰਮ ਖੰਡ, ਜਿਹੜਾ ਬਹੁਤ ਔਖਾ, ਕਿਉਂਕਿ ਇੱਥੇ ਦੁਨੀਆ ਨਾਲ ਟਕਰਾਅ ਹੋਣ ਲੱਗ ਜਾਂਦਾ। ਇੱਥੇ ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਹੋਵੇ, ਇਹ ਅਵਸਥਾ ਬਣ ਜਾਂਦੀ ਹੈ। ਜ਼ਿਆਦਾਤਰ ਮਨੁੱਖ ਇੱਥੋਂ ਅੱਗੇ ਨਹੀਂ ਨਿਕਲ ਸਕਦੇ, ਇੱਥੇ ਤੱਕ ਪਹੁੰਚ ਸਕਦੇ ਆ। ਉਦੋਂ ਬਾਅਦ ਜਿਹੜਾ ਹੈ ਲੋਕਾਂ ਦੇ ਨਾਲ, ਦੁਨੀਆ ਦੇ ਨਾਲ ਜਿਹੜਾ ਵਿਚਾਰਾਂ ਦਾ ਟਕਰਾਅ ਹੁੰਦਾ, ਉੱਥੋਂ ਬੰਦਾ ਹਾਰ ਜਾਂਦਾ। ਪਰ ਜਿਹੜਾ ਲੰਘ ਜਾਂਦਾ ਪਾਸੇ ਦੀ ਦੁਨੀਆ ਨੂੰ ਛੱਡ ਕੇ, ਦੁਨੀਆ ਦੇ ਨਾਲ ਝਗੜਨਾ ਛੱਡ ਕੇ ਮੂਰਖਾਂ ਨਾਲ ਨਾ ਲੁੱਝ ਗਿਆ, ਇਹ ਅਵਸਥਾ ਪ੍ਰਾਪਤ ਕਰ ਲੈਂਦਾ, ਆਪਦੇ ਆਪ ਨੂੰ ਸਵਾਰ ਲੈਂਦਾ। ਫਿਰ ਕੀ ਹੁੰਦਾ? ਫਿਰ ਕਰਮਖੰਡ। ਸ਼ਰਮਖੰਡ ਤੋਂ ਬਾਅਦ ਜਿੱਥੇ ਘਾੜਤ ਘੜੀ ਗਈ, ਤਿੱਥੇ ਘੜੀ ਹੈ ਸੁਰਤ, ਮਤ, ਮਾਨ, ਬੁੱਧ। ਅਤੇ ਫਿਰ ਉਦੋਂ ਬਾਅਦ ਸ਼ਰਮਖੰਡ। ਸ਼ਰਮ ਦਾ ਅਰਥ ਹੈ ਬਖਸ਼ਿਸ਼। ਫਿਰ ਘੜੇ ਹੋਏ ਮਨੁੱਖ ਦੇ ਮਨ ਨੂੰ ਪਰਮਾਤਮਾ ਵੱਲੋਂ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਭਾਵ ਪਰਮਾਤਮਾ ਬਖਸ਼ਿਸ਼ ਲੈ ਕੇ ਤਿਆਰ ਹੈ। ਤੂੰ ਆਪਣੇ ਮਨ ਨੂੰ ਘੜ ਤੇ ਬਖਸ਼ਿਸ਼ ਗੁਰਪ੍ਰਸਾਦ ਪ੍ਰਾਪਤ ਕਰ ਲਾ। ਗੁਰੂ ਦੀ ਕਿਰਪਾ ਦਾ ਪਾਤਰ ਤੈਂ ਆਪ ਬਣਨਾ, ਇਹ ਕੰਮ ਤੈਂ ਆਪ ਕਰਨਾ, ਇਹ ਮਿਹਨਤ ਤੈਂ ਆਪ ਕਰਨੀ ਹੈ। ਫਿਰ ਉਸ ਤੋਂ ਬਾਅਦ ਜਿਹੜਾ ਹੈ, ਜਦੋਂ ਬਖਸ਼ਿਸ਼ ਹੋ ਗਈ, ਸਾਰਾ ਕੁਝ ਪਤਾ ਲੱਗ ਗਿਆ, ਜੀਵਨ ਬਦਲ ਗਿਆ। ਸਤਿਗੁਰ ਕੇ ਜਨਮ ਹੈ, ਗਬਨ ਮਟਾਇਆ, ਅਤੇ ਉਹਨੂੰ ਹੀ ਕਿਹਾ ਫਿਰ ਅੱਗੇ ਸੱਚਖੰਡ। ਸੱਚਖੰਡ ਵਾਸੀ ਜਿਉਂਦਾ ਹੀ ਗੁਰਮੁਖ ਪਿਆਰੇ। ਇਹ ਨਰਕਾਂ ਸਵਰਗਾਂ ਤੋਂ ਉੱਪਰ ਹੁੰਦੇ ਆ ਗੁਰਮੁਖ, ਇਹ ਜਿਉਂਦੇ ਹੀ ਸੱਚਖੰਡ ਦੇ ਵਿੱਚ ਹੁੰਦੇ ਆ। ਐਸੀ ਅਵਸਥਾ ਹੁੰਦੀ ਆ, ਉਹ ਦੋਨੋਂ ਹੀ ਰੱਦ ਕਰ ਦਿੰਦੇ ਆ। ਨਰਕ ਅਤੇ ਸਵਰਗ ਦੋਨੋਂ ਰੱਦ ਕੀਤੇ, ਰਾਦੇ
ਸਤਿਗੁਰ ਕੈ ਪ੍ਰਭਾਸੈ, ਸਤਿਗੁਰੂ ਦਾ ਪ੍ਰਭਾਸਾ ਜਿਨ੍ਹਾਂ ਨੂੰ ਆ ਜਾਂਦਾ ਉਹ ਸੱਚਖੰਡ ਵਾਸੀ ਜਿਉਂਦੇ ਬਣ ਜਾਂਦੇ ਆ। ਮੋਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੈ ਕੋਇਲਾ। ਬਾਕੀ ਜਿਹੜੇ ਆ ਹੋਰ ਫਿਲਾਸਫੀਆਂ ਧਰਮਾਂ ਦੀਆਂ ਸਾਰੇ ਸਤਿਕਾਰਯੋਗ ਆ। ਉਹ ਇਹ ਕਹਿੰਦੇ ਆ ਬਈ ਮਰਨ ਤੋਂ ਬਾਅਦ ਆ ਜਿਹੜਾ ਉਦੋਂ ਹਿਸਾਬ ਕਿਤਾਬ ਹੋਊਗਾ, ਪਰ ਗੁਰਬਾਣੀ ਕਹਿੰਦੀ ਹੈ ਨਹੀਂ ਭਾਈ, ਤੇਰਾ ਨਾਲ ਦੀ ਨਾਲ ਹੀ ਹੋ ਰਿਹਾ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ। ਇਹ ਦੋ ਫਿਲਾਸਫੀਆਂ ਦੁਨੀਆ ਦੇ ਵਿੱਚ ਚੱਲਦੀਆਂ, ਇੱਕ ਜੀਵਨ ਤੋਂ ਬਾਅਦ ਦੀ, ਇੱਕ ਗੁਰਬਾਣੀ ਸਮਝਾਉਂਦੀ ਹੈ ਹੁਣ ਦੀ, ਅੱਜ ਦੀ, ਪ੍ਰੈਜੈਂਟ ਸਮੇਂ ਦੀ। ਤੇ ਦੋਨਾਂ ਦਾ ਫਾਇਦਾ ਤੇ ਨੁਕਸਾਨ ਕੀ ਹੈ? ਜਿਹੜੀ ਹੈ ਬਾਅਦ ਦੇ ਵਿੱਚ ਉਹ ਬੰਦਾ ਕਹਿੰਦਾ ਇਹ ਜੱਗ ਮਿੱਠਾ ਤੇ ਅਗਲਾ ਕਹਿਣ ਡਿੱਠਾ, ਗਾਹਾਂ ਕਿਵੇਂ ਹੋਊਗਾ, ਕੀ ਹੋਊਗਾ, ਇਸ ਕਰਕੇ ਇੱਥੇ ਬੰਦਾ ਵਿਗੜ ਜਾਂਦਾ। ਇਹ ਨੁਕਸਾਨ ਆ, ਸਮਾਜ ਸਾਰਾ ਵਿਗੜ ਜਾਂਦਾ। ਤੇ ਜਿਹੜਾ ਇੱਥੇ ਦਾ ਹੀ ਆ ਉਹਦਾ ਇਹ ਹੈ ਬਈ ਭਾਈ ਮੈਂ ਹੁਣੇ ਹੀ ਲੇਖਾ ਮੇਰਾ ਹੋ ਰਿਹਾ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ। ਫਿਰ ਮਨੁੱਖ ਇੱਥੇ ਹੀ ਹੁਣੇ ਹੀ ਸਬਰਨਾ ਸ਼ੁਰੂ ਹੋ ਜਾਂਦਾ। ਜਿਹੜਾ ਹੁਣ ਸਬਰ ਜਾਂਦਾ ਉਦੋਂ ਬਾਅਦ ਦਾ ਜੀਵਨ ਜਿਹੜਾ ਉਹਦਾ ਹੁੰਦਾ ਉਹ ਆਨੰਦਿਤ ਹੁੰਦਾ, ਵਧੀਆ ਹੁੰਦਾ। ਇਸ ਕਰਕੇ ਉਹਨੂੰ ਆਪਣੇ ਅਗਲੇ ਲੇਖੇ ਦਾ ਫਿਕਰ ਆ, ਜਿਹੜਾ ਜਨਮਾਂ ਜਨਮਾਂਤਰਾਂ ਦਾ ਫਿਕਰ ਆ, ਜਿਹੜਾ ਉਹ ਗੁਰਮੁਖ ਨੂੰ ਮੁੱਕ ਜਾਂਦਾ। ਅਗਰ ਅਸੀਂ ਆਨੰਦ ਲੈਣਾ ਚਾਹੁੰਦੇ ਹਾਂ, ਅਗਰ ਅਸੀਂ ਉਹ ਅਵਸਥਾ ਪ੍ਰਾਪਤ ਕਰਨੀ ਚਾਹੁੰਦੇ ਹਾਂ, ਤਾਂ ਸਾਡਾ ਗੁਰੂ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਗੁਰੂ ਦੇ ਕੋਲ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਏ ਦਾ ਅਰਥ ਇਹ ਹੈ ਵੀ ਆਪਣਾ ਆਪ ਸੌਂਪ ਦੇ ਤੇ ਗੁਰੂ ਦੇ ਹੁਕਮ ਨੂੰ ਮੰਨ। ਜੋ ਗੁਰੂ ਕਹਿ ਰਹੇ ਆ ਉਹ ਸਮਝ, ਸੁਣ ਤੇ ਆਪਣੇ ਆਪ ਤੇ ਲਾਗੂ ਕਰ। ਫਿਰ ਤੈਨੂੰ ਪਰਮਾਤਮਾ ਵੱਲੋਂ, ਗੁਰੂ ਵੱਲੋਂ ਪਿਆਰ ਮਿਲੇਗਾ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੇ। ਕਲੀਅਰ ਆ, ਸਾਫ ਆ। ਗੁਰੂ ਦੇ ਮੁਤਾਬਕ ਚੱਲਾਂਗੇ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਬਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ। ਤੇ ਦੂਜੇ ਪਾਸੇ ਜੇ ਗੁਰੂ ਦੇ ਨਾਲ ਨਾ ਜੁੜੇ ਫਿਰ ਕਰਤੂਤ ਪਸ਼ੂ ਕੀ, ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ। ਇਹ ਜੀਵਨ ਰਹਿ ਜਾਊਗਾ। ਹੁਣ ਅਗਰ ਅਸੀਂ ਉਹ ਆਨੰਦ ਦੀ ਪ੍ਰਾਪਤੀ ਕਰਨੀ ਚਾਹੁੰਦੇ ਹਾਂ, ਸੱਚੇ ਧਰਮੀ ਬਣਨਾ ਚਾਹੁੰਦੇ ਹਾਂ, ਵਧੀਆ ਇਨਸਾਨ ਬਣਨਾ ਚਾਹੁੰਦੇ ਹਾਂ, ਆਪਣਾ ਅੰਦਰ ਖੋਲ੍ਹਣਾ ਚਾਹੁੰਦੇ ਹਾਂ, ਡਿਵੈਲਪ ਆਪਣਾ ਅੰਦਰੋਂ ਵਿਕਾਸ ਚਾਹੁੰਦੇ ਹਾਂ, ਖੇੜਾ ਚਾਹੁੰਦੇ ਹਾਂ, ਆਪਣਾ ਦਿਮਾਗ ਖੋਲ੍ਹਣਾ ਚਾਹੁੰਦੇ ਹਾਂ, ਤਾਂ ਸਾਨੂੰ ਗੁਰੂ ਦੇ ਗਿਆਨ ਦੇ ਲੜ ਲੱਗਣਾ ਪਵੇਗਾ। ਸਾਰਿਆਂ ਦੇ ਅੰਦਰ ਗਿਆਨ ਆ, ਸਾਰੇ ਬੱਚਿਆਂ ਦੇ ਅੰਦਰ ਭੰਡਾਰੇ ਭਰਪੂਰ ਆ, ਪਰ ਜਿਵੇਂ ਜਦੋਂ ਆਪਾਂ ਨਲਕਾ ਲਾਉਂਦੇ ਆ ਤਾਂ ਬਾਹਰੋਂ ਥੋੜ੍ਹਾ ਬਹੁਤਾ ਪਾਣੀ ਪਾਉਣਾ ਪੈਂਦਾ, ਫਿਰ ਉਹ ਚੱਕ ਲੈਂਦਾ। ਇਸੇ ਤਰ੍ਹਾਂ ਸਾਰਿਆਂ ਦੇ ਅੰਦਰ ਗਿਆਨ ਦੇ ਭੰਡਾਰੇ ਆ, ਪਰਮਾਤਮਾ ਦੀ ਜੋਤ ਆ, ਸਾਰਿਆਂ ਦੇ ਅੰਦਰ ਇਹ ਗਿਆਨ ਪ੍ਰਗਟ ਹੋ ਸਕਦਾ, ਜੋਤ ਪ੍ਰਗਟ ਹੋ ਸਕਦੀ ਹੈ। ਜ਼ਰੂਰਤ ਕੀ ਹੈ? ਟਿਕਾ ਕੇ, ਟਿਕ ਕੇ, ਸ਼ਾਂਤੀ ਨਾਲ ਬੈਠ ਕੇ ਆਪਣੇ ਅੰਦਰ ਇਹ ਗਿਆਨ ਪਾਉਣਾ ਪਵੇਗਾ। ਜਿਵੇਂ ਨਲਕੇ 'ਚ ਪਾਣੀ ਪਾਉਂਦੇ ਆ, ਉਸ ਤੋਂ ਬਾਅਦ ਉਹ ਆਪੇ ਹੀ ਚੱਕ ਲੈਂਦਾ, ਇਸੇ ਤਰ੍ਹਾਂ ਇਹ ਗਿਆਨ ਵੀ ਪਾਉਣਾ ਪਵੇਗਾ। ਕਾਰਨ ਕੀ ਹੈ? ਅਸਲ ਕਾਰਨ ਕੀ ਹੈ? ਕਿਉਂ ਪਾਉਣਾ ਪਵੇਗਾ? ਕਿਉਂ ਜ਼ਰੂਰੀ ਹੈ? ਕਿਉਂ ਨਹੀਂ ਟਿਕ ਕੇ ਸੁਣਨ ਤੋਂ ਬਿਨਾਂ ਮਨੁੱਖ ਦਾ ਕੁਝ ਸਬਰ ਸਕਦਾ? ਕਿਉਂਕਿ ਬਾਹਰੋਂ ਪਾਣੀ ਕਿਉਂ ਪਾਉਂਦੇ ਆ ਨਲਕੇ ਦੇ ਵਿੱਚ, ਪਹਿਲਾਂ ਇਹ ਸਮਝਣਾ ਪਵੇਗਾ। ਕਿਉਂਕਿ ਅੰਦਰ ਪਾਣੀ ਦੇ ਭੰਡਾਰ ਆ, ਤੇ ਬਾਹਰਲਾ ਪਾਣੀ ਜਦੋਂ ਪਾਇਆ ਵਿਚਾਲੇ ਕੀ ਆ? ਹਵਾ। ਉਹ ਹਵਾ ਨਿਕਲ ਗਈ, ਥੋੜ੍ਹੇ ਪੰਪ ਮਾਰ ਕੇ, ਥੋੜ੍ਹਾ ਚਲਾ ਕੇ, ਤੇ ਉਹ ਪਾਣੀ ਇੱਕ ਮਿਕਤਾ ਹੋ ਗਈ। ਸਾਡੇ ਅੰਦਰ ਕੀ ਹੈ? ਸਾਡੇ ਅੰਦਰ ਹਉਮੈ ਦੀ ਹਵਾ। ਜਦੋਂ ਹਉਮੈ ਧਨ ਪਿਰਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਕਰਾਰੀ। ਜਦੋਂ ਅਸੀਂ ਬਾਹਰੋਂ ਗਿਆਨ ਲਵਾਂਗੇ, ਗੁਰੂ ਦੇ ਗਿਆਨ ਨੂੰ ਸਰਵਣ ਕਰਾਂਗੇ, ਅਸੀਂ ਸਮਝਾਂਗੇ ਆਪਣੇ ਜੀਵਨ ਬਾਰੇ ਵੀ ਕਿੰਨਾ ਕੁ ਸਮਾਂ ਕਿ ਕਿਵੇਂ ਪ੍ਰਮਾਤਮਾ ਵਾਹਿਗੁਰੂ ਨੇ ਸਾਨੂੰ ਬਖਸ਼ਿਸ਼ਾਂ ਕੀਤੀਆਂ ਹੋਈਆਂ। ਅਸੀਂ ਅਗਿਆਨੀ ਹੋਣ ਕਰਕੇ, ਅਗਿਆਨਤਾ ਦੇ ਕਾਰਨ ਕਰਕੇ ਉਸ ਆਨੰਦ ਤੱਕ ਪਹੁੰਚ ਨਹੀਂ ਸਕਦੇ। ਪਾਣੀ ਹੈ, ਸਾਰਾ ਕੁਝ ਅਵੇਲੇਬਲ ਹੈ, ਪਰ ਗਿਆਨ ਤੋਂ ਬਿਨਾਂ ਉਹ ਜਲ ਪੀਤਾ ਨਹੀਂ ਜਾ ਸਕਦਾ। ਗੁਰੂ ਦੇ ਗਿਆਨ ਦੇ ਰਾਹੀਂ ਅਸੀਂ ਉਹ ਅੰਮ੍ਰਿਤ ਜਲ ਪੀ ਸਕਦੇ ਹਾਂ। ਸੋ ਗੁਰਮੁਖ ਪਿਆਰਿਓ, ਅੱਜ ਥੋੜ੍ਹਾ ਜਿਹਾ ਖੁਸ਼ੀ ਦੀ ਗੱਲ ਵੀ ਆਪਾਂ ਜਿਵੇਂ ਸ਼ੁਰੂ ਕੀਤਾ ਸੀ ਇਹ YouTube ਦੇ ਰਾਹੀਂ ਚੈਨਲ GB ਅਖਾੜਾ, ਗੁਰਮਤਿ ਵਿਦਿਆਲਾ ਪਿੰਡ ਅਖਾੜਾ, ਤਕਰੀਬਨ 60 ਆਪਣੇ ਐਪੀਸੋਡ ਹੋ ਚੁੱਕੇ ਆ ਗੁਰਬਾਣੀ ਦੀਆਂ ਵਿਚਾਰਾਂ। ਸੋ ਆਪਣੀ ਸਾਰੀ ਟੀਮ ਨੂੰ
ਸਾਰਿਆਂ ਨੂੰ ਵਧਾਈਆਂ ਮੇਰੇ ਵੱਲੋਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕੋਟਨ ਕੋਟ ਵਾਰ ਧੰਨਵਾਦ ਕਰੀਏ, ਜਿਨ੍ਹਾਂ ਦੀ ਕਿਰਪਾ ਦੇ ਨਾਲ ਆਪਾਂ ਛੋਟੀ ਜਿਹੀ ਮੰਜ਼ਿਲ ਪੂਰੀ ਤੈਅ ਕਰ ਸਕੇ ਹਾਂ। ਇਸ ਤੋਂ ਅੱਗੇ ਵੀ ਜਿਵੇਂ ਸਤਿਗੁਰੂ ਨੇ ਹੋਣਾ ਤਾਂ ਦੇਖੋ ਉਹੀ ਹੈ ਗੁਰਮੁਖ ਪਿਆਰਿਓ। ਫਿਰ ਵੀ ਜੇ ਚੰਗੇ ਕੰਮ ਕਰਦੇ ਸਟੈਪ ਛੋਟੇ ਛੋਟੇ ਰੱਖੀ ਜਾਵਾਂਗੇ ਨਾ, ਉਸ ਸਟੈਪ 'ਤੇ ਜਾ ਕੇ ਫਿਰ ਖੁਸ਼ੀ ਹੋਣ ਲੱਗ ਜੂਗੀ। ਅੱਜ 60 ਆਪਣੇ ਜਿਹੜੇ ਹੈ ਐਪੀਸੋਡ ਹੋ ਚੁੱਕੇ ਆ ਤਕਰੀਬਨ। ਇਸ ਤੋਂ ਅੱਗੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਕਰਾਉਣ ਵਾਲੇ ਆਪੇ ਹੀ ਹੈ, ਬਸ ਆਪ ਹੀ ਇਹਨਾਂ ਨੇ ਕੀਤਾ ਸਾਰਾ। ਅਸੀਂ ਤਾਂ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰਨਾ। ਹਾਜ਼ਰ ਨਾਜ਼ਰ ਦਾ ਮਤਲਬ ਇਹੀ ਹੁੰਦਾ ਵੀ ਗੁਰੂ ਪਾਤਸ਼ਾਹ ਜੀ ਸਾਨੂੰ ਗਿਆਨ ਦੇ ਰਹੇ ਆ। ਮੇਰਾ ਰੋਲ ਆ ਉਹ ਇੰਨਾ ਹੀ ਆ ਸਪੀਕਰ ਦੀ ਨਿਆਈ ਕਿ ਮੈਂ ਗੁਰੂ ਦੀ ਗੱਲ ਨੂੰ, ਕਿਉਂਕਿ ਗੁਰਬਾਣੀ ਆ ਜਿਹੜੀ ਇਹ ਕੋਈ ਸੌਖੀ ਖੇਡ ਤਾਂ ਹੈ ਨਹੀਂ। ਲੋਕ ਜਾਣਨਾ ਇਹ ਗੀਤ ਹੈ, ਨਹੀਂ, ਇਹ ਤੋਂ ਬ੍ਰਹਮ ਵਿਚਾਰ। ਇਹਦੇ ਵਾਸਤੇ ਮਿਹਨਤ ਕਰਨੀ ਪੈਂਦੀ ਹੈ, ਪੜ੍ਹਨਾ ਸੁਣਨਾ ਸਮਝਣਾ ਪੈਂਦਾ ਕੀ ਫਰਮਾਨ ਕਰ ਰਹੇ ਆ। ਜਿੰਨੀ ਕੁ ਮੱਤ ਆ ਫਿਰ ਉਹਦੇ ਹਿਸਾਬ ਨਾਲ ਹੀ ਇਹ ਜਾਣਿਆ ਜਾ ਸਕਦਾ। ਗੁਰਬਾਣੀ ਦਾ ਗਿਆਨ ਇੱਕ ਸਮੁੰਦਰ ਦੀ ਨਿਆਈ ਹੈ, ਜਿੰਨੀ ਕੁ ਮੱਤ ਆ ਉਸ ਦੇ ਹਿਸਾਬ ਨਾਲ ਹੀ ਅਸੀਂ ਇਹ ਲੈ ਸਕਦੇ ਹਾਂ। ਜਿੰਨੀ ਕੁ ਮੇਰੀ ਮੱਤ ਆ ਉਸ ਦੇ ਹਿਸਾਬ ਨਾਲ ਮੈਂ ਵਿਖਿਆਨ ਕਰਕੇ ਤੁਹਾਡੇ ਚਰਨਾਂ ਦੇ ਵਿੱਚ ਗੁਰਬਾਣੀ ਦੀ ਵਿਚਾਰ ਰੱਖ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕੋਟਨਵਾਰ ਧੰਨਵਾਦ ਕਰਦੇ ਹਾਂ, ਜਿਨ੍ਹਾਂ ਦੀ ਕਿਰਪਾ ਦੇ ਨਾਲ ਆਪਾਂ ਇਹ ਛੋਟੀ ਜਿਹੀ ਮੰਜ਼ਿਲ ਤੈਅ ਕੀਤੀ ਹੈ। ਆਓ ਹੁਣ ਮਨ ਬਿਰਤੀਆਂ ਬਿਲਕੁਲ ਇਕਾਗਰ ਕਰਕੇ ਸਰਵਣ ਕਰੀਏ। ਅੱਜ ਦੇ ਕਲਾਸ ਦੇ ਵਿੱਚ, ਅੱਜ ਦੀ ਸਤਸੰਗ ਦੀ ਕਲਾਸ ਦੇ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਸਾਨੂੰ ਕੀ ਸਮਝਾ ਰਹੇ ਹਨ, ਕੀ ਉਪਦੇਸ਼ ਬਖਸ਼ ਰਹੇ ਹਨ। ਬੜੀ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੀਏ ਜੀ। ਸੋਰਠ ਮਹੱਲਾ ਤੀਜਾ। ਸੋਰਠ ਰਾਗ ਦੇ ਵਿੱਚ ਤੀਜੇ ਪਾਤਸ਼ਾਹ ਜੀ ਦੇ ਮੁਬਾਰਕ ਮੁਖ ਵਿੱਚੋਂ ਫਰਮਾਨ ਕੀਤਾ ਹੋਇਆ ਇਹ ਪਵਿੱਤਰ ਸ਼ਬਦ ਹੈ ਗੁਰਮੁਖ ਪਿਆਰਿਓ, ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 600 ਅੰਗ ਉੱਪਰ ਸੁਭਾਏਮਾਨ ਹੈ। ਰਹਾਉ ਦੀ ਪੰਕਤੀ ਸਮਝਣ ਦੇ ਵਾਸਤੇ ਸਾਨੂੰ ਜ਼ਰੂਰੀ ਹੈ, ਕਿਉਂਕਿ ਰਹਾਉ ਦੀ ਪੰਕਤੀ ਜਿਹੜੀ ਇਹ ਸੈਂਟਰਲ ਆਈਡੀਆ ਹੁੰਦੀ ਹੈ ਸ਼ਬਦ ਦਾ, ਉਹਦੇ ਮੁਤਾਬਕ ਸ਼ਬਦ ਦੀ ਵਿਚਾਰ ਚੱਲਦੀ ਹੁੰਦੀ ਹੈ। ਰਹਾਉ ਦੀ ਪੰਕਤੀ ਹੈ, ਮਨ ਮੇਰੇ ਗੁਰ ਸ਼ਬਦੀ ਹਰ ਪਾਇਆ ਜਾਏ। ਸਮਝਾਉਣਾ ਕਿਹਨੂੰ ਆ? ਆਪਣੇ ਆਪ ਨੂੰ। ਗੁਰਬਾਣੀ ਦਾ ਨੁਕਤਾ ਬਸ ਆ ਦਿਮਾਗ ਦੇ ਵਿੱਚ ਰੱਖਣਾ ਕਿ ਗੁਰਬਾਣੀ ਦਾ ਜਿਹੜਾ ਗਿਆਨ ਆ ਇਹ ਮੈਨੂੰ ਸਮਝਾਇਆ ਜਾ ਰਿਹਾ, ਮੈਂ ਆਪਣੇ ਮਨ ਨੂੰ ਸਮਝਾਉਣਾ। ਜਿਵੇਂ ਆਪਾਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ, ਸ਼ੁਰੂ ਕਰਦੇ ਹਾਂ ਆਪਾਂ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਸਿਮਰਨਾ 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 ਤਾਂ ਕਿ ਮੈਨੂੰ ਆਤਮਿਕ ਸੁਖ ਦੀ ਪ੍ਰਾਪਤੀ ਹੋ ਜਾਵੇ। ਫਿਰ ਅੱਗੇ ਚੱਲਣੀ ਹੈ ਗੱਲ। ਇਸੇ ਤਰ੍ਹਾਂ ਮਨ ਮੇਰੇ ਗੁਰ ਸ਼ਬਦੀ ਹਰ ਪਾਇਆ ਜਾਏ। ਮਨ ਨੂੰ ਸਮਝਾਉਣਾ, ਮੇਰੇ ਮਨਾ ਗੁਰੂ ਦਾ ਹੁਕਮ ਕੀ ਹੈ, ਗੁਰੂ ਦੇ ਹੁਕਮ ਮੁਤਾਬਕ ਚੱਲਣਾ ਨਾ। ਸੋ ਸਿੱਖ ਸਖਾ ਬੰਧਪ ਹੈ ਭਾਈ, ਗੁਰੂ ਦੇ ਪਾਸੇ ਨੂੰ ਚੱਲਣਾ। ਅਸੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਵਿਚਾਰਧਾਰਾ ਦੇ ਵਿੱਚ ਸ਼ਾਮਲ ਹੋਣਾ, ਰਲਣਾ ਅਸੀਂ ਜਾ ਕੇ। ਜੇ ਗੁਰ ਕੇ ਭਾਣੇ ਵਿੱਚ ਆਵੇ, ਗੁਰੂ ਦੇ ਹੁਕਮ ਦੇ ਵਿੱਚ ਜੋ ਗੁਰੂ ਕਹਿ ਰਹੇ ਆ, ਸਮਝਾ ਰਹੇ ਆ, ਅਸੀਂ ਉਹ ਕਰਨਾ। ਹੁਣ ਕੀ ਸਮਝਾ ਰਹੇ ਆ? ਮਨ ਮੇਰੇ ਗੁਰ ਸ਼ਬਦੀ ਹਰ ਪਾਇਆ ਜਾਏ। ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਨਾ ਵੀ ਅਸੀਂ ਧਰਮੀ ਕਾਹਦੇ ਵਾਸਤੇ ਬਣਦਾ। ਅਗਰ ਬਹੁਤਾ ਤਾਂ 3 ਗੁਣਾਂ ਦੇ ਵਿੱਚ ਹੀ ਸਾਰਾ ਕੁਝ ਹੋ ਰਿਹਾ। ਮਨ ਮੇਰੇ ਗੁਰ ਸ਼ਬਦੀ ਹਰ ਪਾਇਆ ਜਾਏ, ਬਿਨ ਸ਼ਬਦੈ ਜਗ ਭੁੱਲਦਾ ਫਿਰਦਾ, ਦਰਗਹਿ ਮਿਲੈ ਸਜਾਏ। ਰਹਾਉ। ਇਹ ਹਨ ਰਹਾਉ ਦੀਆਂ ਪੰਕਤੀਆਂ। ਆਪਣੇ ਮਨ ਨੂੰ ਸਮਝਾਇਆ ਗਿਆ ਗੁਰਮੁਖ ਪਿਆਰਿਓ ਕਿ ਗੁਰੂ ਦੇ ਸ਼ਬਦਾਂ ਦੇ ਰਾਹੀਂ ਤੈਨੂੰ ਨਾਮ ਪ੍ਰਾਪਤ ਹੋਊਗਾ, ਫਿਰ ਪਰਮਾਤਮਾ ਦੀ ਪ੍ਰਾਪਤੀ ਹੋਊਗੀ। ਪਰ ਬਿਨ ਸ਼ਬਦੈ ਜਗ ਭੁੱਲਦਾ ਫਿਰਦਾ, ਦਰਗਹਿ ਮਿਲੈ ਸਜਾਏ। ਰਹਾਉ। ਬਿਨਾਂ ਸ਼ਬਦ ਤੋਂ ਜਗਤ ਆ ਜਿਹੜਾ ਸਾਰਾ ਭੁੱਲਦਾ ਫਿਰਦਾ, ਦਰਗਾਹ ਮਿਲੈ ਸਜਾਏ। ਰਹਾਉ। ਦਰਗਾਹ ਦੇ ਵਿੱਚ ਫਿਰ ਸਜ਼ਾ ਮਿਲਦੀ ਹੈ। ਹੁਣ ਦਰਗਾਹ ਕਿੱਥੇ ਆ? ਸਾਨੂੰ ਕਈ ਵਾਰੀ ਇਸ ਤਰ੍ਹਾਂ ਗੁਰਮੁਖ ਪਿਆਰਿਓ ਭੁਲੇਖਾ ਪੈ ਜਾਂਦਾ ਵੀ ਅੱਗੇ ਜਾ ਕੇ ਸਜ਼ਾ ਮਿਲੂਗੀ, ਪਰ ਨਹੀਂ।
ਦਰਗਾਹ ਪਰਮਾਤਮਾ ਦੀ ਕਿੱਥੇ ਹੈ? ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਹੁਣ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਉਹ ਪ੍ਰਮਾਤਮਾ ਦੀ ਦਰਗਾਹ ਦੀ ਵਿੱਚ ਜਿਹੜੀ ਬਾਅਦ 'ਚ ਕਿਹਾ ਜਾਂਦਾ ਉਹ ਤਾਂ ਬਾਅਦ 'ਚ ਸਜ਼ਾ ਮਿਲਣੀ ਆ, ਪਰ ਅੰਦਰ ਜਿਹੜੇ ਤੇਰੇ ਦਰਗਾਹ ਬਣੀ ਪਈ ਆ, ਜਿੱਥੇ ਪ੍ਰਮਾਤਮਾ ਵਾਹਿਗੁਰੂ ਜੀ ਹਾਜ਼ਰ ਨਾਜ਼ਰ ਆ, ਉੱਥੇ ਤੈਨੂੰ ਸਜ਼ਾ ਮਿਲ ਰਹੀ ਆ ਤੇਰੇ ਬੁਰੇ ਵਿਚਾਰਾਂ ਦਾ ਕਰਕੇ। ਹੁਣੇ ਹੀ ਤੇਰਾ ਅੰਦਰ ਮਾੜਾ ਹੋ ਰਿਹਾ, ਹੁਣੇ ਸਮਝ, ਆਪਣੇ ਅੰਦਰ ਚੱਲ। ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਆਪਣੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਹੁਣ ਮਨਮੁਖ ਨੂੰ ਇੱਥੇ ਸਜ਼ਾ ਮਿਲ ਰਹੀ ਹੁੰਦੀ ਹੈ, ਗੁਰਮੁਖ ਆ ਜਿਹੜੇ ਉਹ ਆਨੰਦ ਨਾਲ ਜਿਉਂਦੇ ਆ। ਹੁਣ ਸ਼ੁਰੂ ਤੋਂ ਆਪਾਂ ਵਿਚਾਰ ਕਰਦੇ ਹਾਂ। ਭਗਤ ਖਜ਼ਾਨਾ ਭਗਤਨ ਕੋ ਦੀਆ, ਨਾਉ ਹਰ ਤਨ ਸੱਚ ਸੋਏ। ਜਿਹੜੇ ਭਗਤੀ ਕਰਦੇ ਆ ਭਾਈ, ਆਪੋ ਆਪਣੀ ਭਗਤੀ ਹੈ। ਹਿੰਦੂ ਵੀਰਾਂ ਦੀ ਆਪਣੇ ਤਰੀਕੇ ਦੇ ਨਾਲ ਭਗਤੀ ਹੈ, ਮੁਸਲਮਾਨ ਵੀਰਾਂ ਦੀ ਆਪਣੇ ਤਰੀਕੇ ਦੇ ਨਾਲ ਭਗਤੀ ਹੈ, ਬੋਧੀ ਜੈਨੀ ਵੀਰਾਂ ਦੀ ਆਪਣੇ ਤਰੀਕੇ ਦੇ ਨਾਲ ਭਗਤੀ ਹੈ, ਅਤੇ ਸਾਡੇ ਜਿਹੜੇ ਹੈਗੇ ਆ ਸਿੱਖਾਂ ਦੀ ਭਗਤੀ ਉਹ ਆਪਣੇ ਤਰੀਕੇ ਦੇ ਨਾਲ। ਭੈ ਤੋਂ ਗਤੀ ਕਰਨੀ, ਗੁਰੂ ਦੇ ਲੜ ਲੱਗਣਾ। ਹੁਣ ਗੁਰੂ ਕਿਸੇ ਦਾ ਗੁਰੂ ਕਿਵੇਂ ਹੈ, ਕਿਸੇ ਦਾ ਗੁਰੂ ਕਿਵੇਂ ਹੈ। ਸਾਡਾ ਹੈਗਾ ਗਿਆਨ ਗੁਰੂ, ਅਸੀਂ ਗਿਆਨ ਲੈਣਾ, ਆਤਮਿਕ ਗਿਆਨ ਪ੍ਰਾਪਤ ਕਰਨਾ, ਅੰਦਰੋਂ ਭਗਤ ਬਣਨਾ, ਮਨ ਨੇ ਭਗਤ ਬਣਨਾ। ਬਣ ਕੋਈ ਵੀ ਸਕਦਾ, ਕੋਈ ਵੀ ਮਨ, ਚਾਹੇ ਹਿੰਦੂ ਦਾ ਚਾਹੇ ਬੋਧੀ ਜੈਨੀ ਦਾ। ਦੁਖੀ ਕਿੱਥੋਂ ਅਸੀਂ? ਮਨ ਤੋਂ। ਭਗਤ ਕਿਹਨੇ ਬਣਨਾ? ਮਨ ਨੇ। ਜਿਹੜਾ ਮਨ ਗੁਰੂ ਦੇ ਲੜ ਲੱਗ ਗਿਆ, ਉਹ ਭਗਤੀ ਕਰਨੀ ਸਮਝ ਲਓ ਸ਼ੁਰੂ ਕਰਨੀ ਉਹਨੇ ਸ਼ੁਰੂ ਕਰਤੀ। ਭਗਤ ਖਜ਼ਾਨਾ ਭਗਤਨ ਕੋ ਦੀਆ। ਹੁਣ ਗੁਰੂ ਜੀ ਸਵਾਰਨਗੇ, ਜਿਵੇਂ ਆਪਾਂ ਪੰਜਾਂ ਖੰਡਾਂ ਦਾ ਪਹਿਲਾਂ ਜ਼ਿਕਰ ਕੀਤਾ, ਅਤੇ ਫਿਰ ਉਦੋਂ ਬਾਅਦ ਸਵਾਰ ਕੇ ਫਿਰ ਜਿਹੜਾ ਬਖਸ਼ਿਸ਼ ਦਾ ਖੰਡ ਆ, ਉੱਥੇ ਭਗਤੀ ਦਾ ਖਜ਼ਾਨਾ ਮਿਲਦਾ। ਉੱਥੇ ਜਾ ਕੇ ਨਾਉ ਪ੍ਰਮਾਤਮਾ ਦਾ ਨਾਮ, ਹਰ ਧਨ ਸੱਚ ਸੋਏ। ਉੱਥੇ ਜਾ ਕੇ ਮਨੁੱਖ ਸੱਚਾ ਹੋ ਜਾਂਦਾ। ਜਦੋਂ ਆਪਣਾ ਰਸਤੇ 'ਤੇ ਚੱਲ ਪੈਂਦਾ, ਗੁਰੂ ਦੇ ਦੱਸੇ ਮੁਤਾਬਕ ਸੱਚ ਵੱਲ ਨੂੰ ਚੱਲ ਪੈਂਦਾ, ਅਤੇ ਹਰੀ ਦਾ ਧਨ ਨਾਮ ਧਨ ਪ੍ਰਾਪਤ ਕਰ ਲੈਂਦਾ। ਤਾਂ ਨਾਮ ਧਨ ਕੀ ਹੈ? ਸੱਚ ਸੋਏ, ਸੱਚੇ ਪ੍ਰਮਾਤਮਾ ਵੱਲ ਨੂੰ ਚੱਲ ਪੈਂਦਾ। ਚਰਨ ਸ਼ਰਨ ਗੁਰ ਏਕ ਪੈਂਡਾ, ਜਾਏ ਚੱਲ ਸਤਿਗੁਰ ਕੋਟ ਪੈਂਡਾ, ਆਗੇ ਹੋਏ ਲੇਤ ਹੈ। ਜਿਹੜਾ ਇਹ ਭਗਤੀ ਕਰਦਾ, ਜਿਹੜਾ ਗੁਰੂ ਤੋਂ ਗਿਆਨ ਲੈਂਦਾ, ਸੁਣਦਾ, ਸਮਝਦਾ ਅਤੇ ਆਪਣੇ ਆਪ 'ਤੇ ਟਿਕਾਉਂਦਾ, ਉਹ ਮਨ ਸਵਰ ਜਾਂਦਾ, ਉਹ ਮਨ ਭਗਤ ਬਣ ਜਾਂਦਾ। ਅਤੇ ਭਗਤੀ ਦਾ ਖਜ਼ਾਨਾ ਸਵਾਰ ਕੇ ਪ੍ਰਮਾਤਮਾ ਫਿਰ ਜਿਹੜਾ ਉਹ ਭਗਤ ਨੂੰ ਦੇ ਦਿੰਦੇ ਆ, ਨਾਲ ਰਲਾ ਲੈਂਦੇ ਆ। ਅਖੁੱਟ ਨਾਮ ਧਨ ਕਦੇ ਨਖੁੱਟੈ ਨਾਹੀ, ਕਿਨੇ ਨ ਕੀਮਤ ਹੋਏ। ਨਾਮ ਧਨ ਅਤੇ ਬਾਹਰਲਾ ਧਨ, ਦੋਵਾਂ 'ਚ ਬੰਦਾ ਫਸਦਾ, ਅਤੇ ਬਾਹਰਲੇ ਧਨ 'ਚ ਆ ਗਏ ਤਾਂ ਫਸ ਗਏ, ਉਹਨੇ ਘਟੀ ਵੀ ਜਾਣਾ ਖਰਚੇ ਤੋਂ। ਜਿਹੜਾ ਨਾਮ ਧਨ, ਇਹ ਜਿੰਨਾ ਖਰਚਾਂਗੇ ਉਨਾ ਵਧੂਗਾ। ਨਾਮ ਧਨ ਮਤਲਬ ਸਾਡੇ ਵਾਸਤੇ, ਸਿੱਖਾਂ ਦੇ ਵਾਸਤੇ ਆਤਮਿਕ ਗਿਆਨ ਧਨ। ਜਿੰਨਾ ਅਸੀਂ ਆਪ ਵੀ ਚੰਗੇ ਹੋਵਾਂਗੇ, ਆਤਮਿਕ ਗਿਆਨ ਲਵਾਂਗੇ, ਗੁਰਬਾਣੀ ਦਾ ਗਿਆਨ ਲਵਾਂਗੇ, ਅਤੇ ਉਨਾ ਹੀ ਇਹ ਧਨ ਹੋਰਾਂ ਨੂੰ ਵੰਡਾਂਗੇ, ਗੁਰਬਾਣੀ ਦਾ ਪ੍ਰਚਾਰ ਕਰਾਂਗੇ, ਹੋਰਾਂ ਨੂੰ ਸਮਝਾਵਾਂਗੇ। ਫਿਰ ਸਾਡੇ ਅੰਦਰ ਇਹ ਪੱਕਾ ਹੁੰਦਾ ਜਾਊਗਾ, ਵੱਧਦਾ ਜਾਊਗਾ। ਇਹ ਗਿਆਨ ਦਾ ਧਨ, ਆਤਮਿਕ ਗਿਆਨ ਦਾ ਧਨ ਕਦੇ ਵੀ, ਨਾਮ ਦਾ ਧਨ ਇਹ ਖੁੱਟਦਾ ਨਹੀਂ, ਖਤਮ ਨਹੀਂ ਹੁੰਦਾ। ਕਿਨੇ ਨਾ ਕੀਮਤ ਹੋਏ। ਦੂਜੀ ਗੱਲ ਇਹ ਆ ਭਾਈ, ਨਾਮ ਧਨ ਕਿਸੇ ਕੀਮਤ ਨਾਲ, ਬਾਹਰੋਂ ਪੈਸੇ ਧੇਲੇ ਨਾਲ ਨਹੀਂ ਮਿਲ ਸਕਦਾ। ਪੈਸੇ ਧੇਲੇ ਨਾਲ ਤਾਂ ਗੁਰਮੁਖੋਂ ਬਾਹਰਲਾ ਗਿਆਨ ਵੀ ਨਹੀਂ ਮਿਲਦਾ। ਜੇ ਆਪਾਂ ਦੇਖੀਏ ਤਾਂ ਉਹਦੇ ਵਾਸਤੇ ਵੀ ਆਪਾਂ ਨੂੰ ਪੜ੍ਹਨਾ ਪਊ, ਸਮਾਂ ਕੱਢਣਾ ਪਊਗਾ, ਸਕੂਲ ਕਾਲਜ ਲੱਗਣਾ ਪਊ, ਫੀਸਾਂ ਦੇਣੀਆਂ ਪੈਣਗੀਆਂ। ਜੇ ਬੱਚੇ ਨੂੰ ਪੜ੍ਹਾਉਣਾ ਤਾਂ ਆਪਾਂ ਕੀ ਕੁਛ ਕਰਦੇ ਹਾਂ ਗੁਰਮੁਖ ਪਿਆਰਿਓ। ਜੇ ਮਨ ਰੂਪੀ ਬੱਚੇ ਨੂੰ ਪੜ੍ਹਾਉਣਾ, ਅਤੇ ਫਿਰ ਇਹ ਤਾਂ ਸੱਚਾ ਧਨ ਆ, ਨਾਮ ਧਨ ਆ, ਆਤਮਿਕ ਗਿਆਨ ਦਾ ਧਨ ਆ। ਇਹਦੇ ਵਾਸਤੇ ਵੀ ਸਮਾਂ ਕੱਢਣਾ ਪਊ, ਸਾਨੂੰ ਗੁਰਬਾਣੀ ਨਾਲ ਜੁੜਨਾ ਪਊਗਾ ਭਾਈ, ਫਿਰ ਇਹ ਨਾਮ ਧਨ ਪ੍ਰਾਪਤ ਹੁੰਦਾ, ਮੁੱਕਦਾ ਨਹੀਂ। ਅਤੇ ਕਿੰਨੇ ਨਾ ਕੀਮਤ ਹੋਏ, ਨਾ ਕੀਮਤ ਨਾ ਮਿਲਦਾ। ਇਹ ਤਾਂ ਗੁਰੂ ਦੇ ਦੁਆਰੇ 'ਤੇ ਢਹਿ ਕੇ, ਆਪਣੇ ਆਪ ਨੂੰ ਸਵਾਰ ਕੇ, ਜਦੋਂ ਡਿੱਗ ਪਿਆ, ਜਿੱਦੇ ਢਹਿ ਪਿਆ ਮਨ, ਹਲੇ ਮਾਫ ਕਰਿਓ, ਤਾਨੀ ਮੱਥਾ ਟੇਕਦਾ, ਮਨ ਨੇ ਮੱਥਾ ਨਹੀਂ ਟੇਕਿਆ। ਜਿੱਦੇ ਗੁਰਮੁਖ ਪਿਆਰਿਓ ਮਨ ਨੇ ਮੱਥਾ ਟੇਕਤਾ ਨਾ, ਉੱਦੇ ਗੁਰਬਾਣੀ ਨਾਲ ਮਨ ਨੇ ਜੁੜ ਜਾਣਾ, ਗੁਰਬਾਣੀ ਦੇ ਮੁਤਾਬਕ ਬਣਨਾ ਸ਼ੁਰੂ ਕਰ ਦੇਣਾ, ਅਤੇ ਦੁਨੀਆ ਵਾਲੇ ਪਾਸਿਓਂ ਤੋਏ ਹੋਣੀ ਸ਼ੁਰੂ ਹੋ ਜਾਣੀਆਂ, ਟੁੱਟਣਾ ਸ਼ੁਰੂ ਹੋ ਜਾਣਾ। ਇਹ ਨਿਸ਼ਾਨੀ ਹੈ।
ਨਾਮ ਧਨ ਮੁਖ ਉਜਲੇ ਹੋਏ, ਹਰ ਪਾਇਆ ਸੱਚ ਸੋਏ। ਨਾਮ ਧਨ ਦੇ ਨਾਲ ਮੁਖ ਉਜਲੇ ਹੋ ਜਾਂਦੇ ਆ, ਮੁਖ ਚੰਗੇ ਹੋ ਜਾਂਦੇ ਆ। ਜਿਨ੍ਹਾਂ ਨੂੰ ਨਾਮ ਧਨ ਪ੍ਰਾਪਤ ਹੋ ਜਾਂਦਾ ਉਹ ਪਰਮਾਤਮਾ ਵਾਲੇ ਪਾਸੇ ਨੂੰ ਚੰਗੇ ਹੋ ਜਾਂਦੇ ਆ, ਪੰਚ ਬਣਨੇ ਸ਼ੁਰੂ ਹੋ ਜਾਂਦੇ ਆ। ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ, ਹਰ ਪਾਇਆ ਸੱਚ ਸੋਏ। ਜਿਨ੍ਹਾਂ ਨੂੰ ਸੱਚ ਦੀ ਪ੍ਰਾਪਤੀ ਹੋ ਜਾਂਦੀ ਹੈ, ਸੱਚ ਦਾ ਖਜ਼ਾਨਾ, ਨਾਮ ਧਨ ਤੇ ਸੱਚ ਧਨ ਇੱਕੋ ਹੀ ਗੱਲ ਆ। ਤੇ ਗੁਰਬਾਣੀ ਧਨ, ਆਤਮਿਕ ਗਿਆਨ ਧਨ, ਇਹ ਸਾਰਾ ਸੱਚਾ ਹੀ ਹੋਣਾ, ਚੰਗੇ ਪਾਸੇ ਨੂੰ ਚੱਲਣਾ। ਅਸੀਂ ਬੁਰੇ ਮਨ ਤੋਂ ਚੰਗੇ ਮਨ ਵਾਲੇ ਪਾਸੇ ਨੂੰ ਚੱਲਣਾ। ਮਨ ਮੇਰੇ ਗੁਰ ਸ਼ਬਦੀ ਹਰ ਪਾਇਆ ਜਾਏ, ਮੇਰੇ ਮਨਾ ਹਰੀ ਗੁਰੂ ਦੇ ਸ਼ਬਦ ਦੇ ਰਾਹੀਂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਬਿਨ ਸ਼ਬਦ ਹੈ ਜਗ ਭੁੱਲਦਾ ਫਿਰਦਾ, ਦਰਗਹਿ ਮਿਲੈ ਸਜਾਏ। ਬਿਨਾਂ ਸ਼ਬਦ ਤੋਂ ਜਿਹੜਾ ਜੱਗ ਆ ਭੁੱਲਦਾ ਫਿਰਦਾ, ਉਹ ਸੱਚ ਦਾ ਰਸਤਾ ਜਾਣਦਾ ਨਹੀਂ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਬਾਹਰੋਂ ਲੱਭਦਾ ਫਿਰਦਾ। ਇਸ ਕਰਕੇ ਉਹ ਦਰਗਾਹ ਮਿਲੈ ਸਜਾਏ। ਇੱਥੇ ਵੀ ਅੰਦਰਲੀ ਦਰਗਾਹ ਦੇ ਵਿੱਚ ਵੀ ਜਿਹੜੀ ਆਪਾਂ ਸਮਝਦੇ ਹਾਂ ਸਜ਼ਾ ਮਿਲਦੀ ਹੈ, ਫਿਰ ਜੇ ਉਦੋਂ ਬਾਹਰਲੀ ਕੋਈ ਮੰਨਦਾ ਤਾਂ ਉਹਦੇ ਵਿੱਚ ਵੀ ਸਜ਼ਾ ਹੀ ਮਿਲਣੀ ਹੈ, ਜਦੋਂ ਬੁਰੇ ਕੰਮ ਕਰਕੇ ਜਾਊ, ਜਦੋਂ ਮਨੁੱਖ ਆਪਣਾ ਲੇਖਾ ਬੁਰਾ ਕਰਕੇ ਜਾਊਗਾ। ਗੁਰਬਾਣੀ ਦਾ ਮਤਲਬ ਆ ਚੰਗਾ ਮਨੁੱਖ ਬਣਨਾ। ਗੁਰਮੁਖ ਦਾ ਅਰਥ ਹੈ ਚੰਗਾ ਮਨੁੱਖ। ਰਹਾਉ ਇਸ ਦੇਹੀ ਅੰਦਰ ਪੰਜ ਚੋਰ ਬਸਹਿ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਇਸ ਦੇਹੀ ਦੇ ਅੰਦਰ ਗੁਰੂ ਬਾਬਾ ਜੀ ਸਮਝਾ ਰਹੇ ਹਨ, ਤੀਜੇ ਪਾਤਸ਼ਾਹ ਜੀ, ਭਾਈ ਪੰਜ ਚੋਰ ਵਸਦੇ ਆ। ਹੁਣ ਦੇਖੋ, ਜੇ ਗੁਰੂ ਦੇ ਲੜ ਲੱਗਾਂਗੇ ਫਿਰ ਇਹ ਗੱਲਾਂ ਦਾ ਪਤਾ ਲੱਗੂਗਾ। ਫਿਰ ਇਹ ਸ਼ੁਰੂਆਤ ਹੋਊਗੀ ਵੀ ਇਹ ਸਥੂਲ ਦੇਹੀ ਦੇ ਅੰਦਰ ਇੱਕ ਦੇਹੀ ਹੋਰ ਆ, ਜੋ ਅੰਦਰਲੀ ਆ ਸੂਖਸ਼ਮ ਦੇਹੀ, ਉਹ ਬੁਰੀ ਹੋਈ ਆ, ਉਹਦੀ ਘਾੜਤ ਘੜੀ ਜਾਣੀ ਹੈ, ਉਹਨੇ ਟੁੱਟ ਕੇ ਚੰਗੀ ਬਣ ਜਾਣਾ। ਜਿਹੜੇ ਹੁਣ ਪੰਜ ਆ ਇਹ ਅੰਦਰ ਦੇਹੀ ਦੇ ਅੰਦਰ ਆ, ਇਹ ਇਸ ਸਰੀਰ ਦੇ ਅੰਦਰ ਕਹਿ ਲਓ, ਅੰਦਰਲੀ ਦੇਹੀ 'ਚ ਕਹਿ ਲਓ, ਪੰਜ ਚੋਰ ਆ ਇਹ। ਚੋਰ ਕਿਉਂ ਆ ਇਹ? ਬਸ ਰਹੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰਾ। ਹੁਣ ਕਾਮ ਤੋਂ ਬਿਨਾਂ ਵੀ ਨਹੀਂ ਦੁਨੀਆ ਚੱਲ ਸਕਦੀ, ਕ੍ਰੋਧ ਤੋਂ ਬਿਨਾਂ ਵੀ ਨਹੀਂ ਦੁਨੀਆ ਚੱਲ ਸਕਦੀ, ਲੋਭ ਤੋਂ ਬਿਨਾਂ ਵੀ ਨਹੀਂ ਦੁਨੀਆ ਚੱਲ ਸਕਦੀ, ਮੋਹ ਤੋਂ ਬਿਨਾਂ ਵੀ ਨਹੀਂ ਦੁਨੀਆ ਚੱਲ ਸਕਦੀ, ਤੇ ਜਿਹੜਾ ਹੰਕਾਰ ਆ ਇਹਦੇ ਬਿਨਾਂ ਵੀ ਨਹੀਂ ਦੁਨੀਆ ਚੱਲ ਸਕਦੀ। ਫਿਰ ਹੁਣ ਇਹ ਪੰਜ ਚੋਰ ਕਿਵੇਂ ਬਣਦੇ ਆ? ਇਹ ਪੰਜ ਆ ਜਿਹੜੇ, ਜੇ ਤਾਂ ਇਹ ਜਿਵੇਂ ਐਂ ਸਮਝ ਲਈਏ ਆਪਾਂ ਇਹਨਾਂ ਪੰਜਾਂ ਨੂੰ ਬਈ ਜਿਵੇਂ ਪੰਜ ਨਦੀਆਂ ਵਗ ਰਹੀਆਂ। ਜੇ ਤਾਂ ਜਿਹੜੀਆਂ ਨਹਿਰਾਂ ਜਾਂਦੀਆਂ ਪੰਜ, ਆਪਾਂ ਐਂ ਕਹਿ ਲਈਏ ਵੀ ਪੰਜ ਨਹਿਰਾਂ, ਜੇ ਤਾਂ ਪੰਜੇ ਨਹਿਰਾਂ ਆਪਣੇ ਕਿਨਾਰਿਆਂ ਦੇ ਅਧੀਨ ਵਗ ਰਹੀਆਂ ਤਾਂ ਪੰਜਾਂ ਦਾ ਫਾਇਦਾ, ਪੰਜਾਂ ਦਾ ਹੀ ਫਾਇਦਾ। ਫਿਰ ਕਿਨਾਰਿਆਂ ਦੇ ਅਧੀਨ ਆ ਤਾਂ, ਅਗਰ ਕਿਨਾਰਿਆਂ ਤੋਂ ਉੱਪਰ ਹੋ ਗਈਆਂ ਫਿਰ ਹੜ੍ਹ ਆ ਗਿਆ। ਬਸ ਇਹ ਬੰਦਗੀ ਦਾ ਮਤਲਬ ਇਹੀ ਹੁੰਦਾ, ਬੰਦੀ ਦੇ ਵਿੱਚ ਚੱਲਣਾ, ਭਾਵ ਇਹਨਾਂ ਪੰਜਾਂ ਨੂੰ ਗੁਰੂ ਤੋਂ ਗਿਆਨ ਲੈ ਕੇ ਬੰਦਗੀ ਦੇ ਵਿੱਚ ਕਰਨਾ। ਉਹ ਐਕਸੈਸ ਆਫ ਨਹੀਂ ਕਰਨਾ। ਇਹ ਤਾਂ ਹੁੰਦਾ ਨਾ, ਐਕਸੈਸ ਆਫ ਐਵਰੀਥਿੰਗ ਇਜ਼ ਬੈਡ। ਕਾਮ ਜਿੱਥੇ ਤੱਕ ਚਾਹੀਦਾ ਠੀਕ ਆ, ਓਵਰ ਆ ਤਾਂ ਇਹ ਨੁਕਸਾਨਦੇਹ ਆ। ਉਸ ਤੋਂ ਬਾਅਦ ਇਹ ਚੋਰ ਬਣ ਜਾਂਦਾ। ਜਿਹੜਾ ਕ੍ਰੋਧ ਆ, ਕ੍ਰੋਧ ਜਿੱਥੇ ਤੱਕ ਮਤਲਬ ਉੱਠਣਾ, ਕਈ ਵਾਰੀ ਸਵੇਰੇ ਉੱਠਣਾ ਹੀ ਆ, ਉੱਥੇ ਵੀ ਥੋੜ੍ਹਾ ਐਂ ਚਾਹੀਦਾ, ਕੌਨਫੀਡੈਂਸ 'ਚ ਬਦਲ ਜਾਣਾ, ਆਤਮ ਵਿਸ਼ਵਾਸ 'ਚ ਬਦਲ ਜਾਣਾ, ਸੈਲਫ ਕੌਨਫੀਡੈਂਸ 'ਚ ਬਦਲ ਜਾਣਾ ਇਸ ਕ੍ਰੋਧ ਨੇ। ਲੋਭ ਨੇ ਵੀ ਬਦਲ ਜਾਣਾ। ਲੋਭ ਕਾਹਦਾ ਹੋਣਾ? ਗਿਆਨ ਲੈਣ ਦਾ ਲੋਭ ਹੋਣਾ। ਮੋਹ ਆ ਜਿਹੜਾ ਸਾਰਿਆਂ ਨਾਲ, ਆਪਣੇ ਬੱਚੇ ਵੀ ਉਹੋ ਜਿਹੇ, ਦੂਜਿਆਂ ਦੇ ਵੀ ਉਹੋ ਜਿਹੇ। ਅਹੰਕਾਰ ਆ ਜਿਹੜਾ, ਇਹਨੇ ਬਦਲ ਜਾਣਾ। ਹਉਮੈ ਨੇ ਬਦਲ ਕੇ ਜਿਹੜਾ ਸੈਲਫ ਕੌਨਫੀਡੈਂਸ ਦੇ ਵਿੱਚ ਆ ਜਾਣਾ, ਆਪਣੇ ਆਤਮਿਕ ਵਿਸ਼ਵਾਸ ਦੇ ਵਿੱਚ ਆ ਜਾਣਾ। ਇਹ ਇਸ ਤਰ੍ਹਾਂ ਇਹਨਾਂ ਨੇ ਬਦਲ ਜਾਣਾ। ਇਹ ਵਿਗੜੇ ਹੋਏ ਆ ਜਿਹੜੇ ਗੁਰੂ ਦੇ ਗਿਆਨ ਤੋਂ ਬਿਨਾਂ। ਇਹ ਚੋਰ ਆ, ਇਹ ਲੁੱਟ ਰਹੇ ਆ। ਸਾਰਾ ਕਾਰਨ ਕੀ ਹੈ? ਚੋਰ ਕਿਉਂ ਬਣੇ ਹੋਏ ਆ? ਕਿਉਂ ਨੁਕਸ ਪਿਆ ਮਨੁੱਖ ਦੇ ਅੰਦਰ? ਅਹੰਕਾਰ। ਉੱਥੇ ਹੀ ਗੱਲ ਆ ਜਾਂਦੀ ਹੈ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸੇ ਇੱਕ ਥਾਂ। ਮਨੁੱਖ ਦੇ ਹੰਕਾਰ ਦੇ ਕਾਰਨ ਮਨੁੱਖ ਦੇ ਅੰਦਰ ਗਿਆਨ ਨਹੀਂ ਜਾਂਦਾ। ਹਉਮੈ ਦਾ ਢੱਕਣ ਲੱਗਿਆ ਹੋਣ ਦੇ ਕਾਰਨ ਉਹ ਗਿਆਨ ਤੋਂ ਬਿਨਾਂ ਮਨੁੱਖ ਨੂੰ ਅਕਲ ਨਹੀਂ ਆਉਂਦੀ। ਇਹ ਪੰਜ ਅਵਾਰਾ ਹੋਏ ਫਿਰਦੇ ਕਹਿ ਲਈਏ। ਉਹ ਪੰਜਾਂ ਨੂੰ ਕੰਟਰੋਲ ਨਹੀਂ ਕਰ ਸਕਦਾ ਮਨੁੱਖ ਗੁਰੂ ਦੇ ਗਿਆਨ ਤੋਂ ਬਿਨਾਂ। ਇਸ ਤਰ੍ਹਾਂ ਭਾਈ ਇਹ ਅੰਦਰੋਂ ਲੁੱਟਿਆ ਜਾ ਰਿਹਾ। ਅਸੀਂ ਸਾਰਿਆਂ ਦੇ ਅੰਦਰ ਹੀ ਇਹ ਹੋ ਰਿਹਾ। ਅੰਮ੍ਰਿਤ ਲੁੱਟੈ ਹੈ ਮਨ ਮੁਖ ਨਹੀਂ ਬੂਝੈ ਹੈ,
कोई ना सुने पुकारा। ਅੰਮ੍ਰਿਤ, ਅੰਮ੍ਰਿਤ ਦਾ ਖਜ਼ਾਨਾ ਮਨੁੱਖ ਦੇ ਅੰਦਰ ਕਿਹਾ ਜਾਂਦਾ। ਅੰਮ੍ਰਿਤ ਕੀ ਹੈ? ਜਿਹੜਾ ਮ੍ਰਿਤੂ ਤੋਂ ਰਹਿਤ ਹੋ ਜਾਣਾ। ਅੰਮ੍ਰਿਤ ਉਹ ਜਲ ਪੀਣਾ ਜਿਹਦੇ ਨਾਲ ਮ੍ਰਿਤੂ ਨਾ ਹੋਵੇ। ਹੁਣ ਸਰੀਰ ਦੀ ਮ੍ਰਿਤੂ ਤਾਂ ਹੋਣੀ ਹੈ, ਸਰੀਰਕ ਗੱਲਾਂ ਤਾਂ ਇਹ ਹੈ ਹੀ ਨਹੀਂ। ਮਨੁੱਖ ਮਰਦਾ ਆਪਣੇ ਅੰਦਰੋਂ, ਜ਼ਮੀਰ ਦੀ ਮੌਤ ਜਿਹਨੂੰ ਕਹਿ ਲਈਏ। ਨਰੂ ਮਰੈ ਕਿਛ ਕਾਮ ਨਾ ਆਵੈ, ਪਸ਼ੂ ਮਰੈ 10 ਕਾਜ ਸਵਾਰੈ। ਆਪਾਂ ਕਹਿੰਦੇ ਹੁੰਦੇ ਸੀ ਆਮ ਵੀ ਬੰਦਾ ਮਰ ਜਾਂਦਾ ਕਿਸੇ ਕੰਮ ਨਹੀਂ ਆਉਂਦਾ, ਪਸ਼ੂ ਮਰਦਾ 10 ਕਾਜ ਸਵਰਦੇ ਆ। ਪਰ ਅੱਜ ਬੰਦੇ ਦੇ ਵੀ ਅੰਗ ਕੰਮ ਆਉਂਦੇ ਆ ਗੁਰਮੁਖ ਪਿਆਰਿਓ। ਗੁਰਬਾਣੀ ਹੈ ਜਿਹੜੀ ਇਹ ਜੁਗੋ ਜੁਗ ਅਟਲ ਆ। ਇਸ ਕਰਕੇ ਆਪਾਂ ਥੋੜ੍ਹਾ ਹੋਰ ਡੂੰਘੇ ਚੱਲੀਏ, ਭਾਵ ਅਰਥਾਂ ਨੂੰ ਸਮਝੀਏ। ਨਰੂ ਮਰੈ ਕਿਛ ਕਾਮ ਨਾ ਆਵੈ, ਮਨੁੱਖ ਦੇ ਅੰਦਰੋਂ ਨਰੂ ਮਰ ਗਿਆ, ਮਨੁੱਖ ਦੇ ਅੰਦਰੋਂ ਜ਼ਮੀਰ ਬਣ ਗਈ, ਮਰ ਗਈ। ਮਨੁੱਖ ਤੇ ਬੀਬੀ ਗੱਲ ਇੱਕੋ ਹੀ ਹੈ ਇੱਥੇ, ਕਿਉਂਕਿ ਕਈ ਬੀਬੀਆਂ ਵੀ ਜਵਾਨ ਵਾਲੀਆਂ ਹੁੰਦੀਆਂ, ਬੰਦਿਆਂ ਤੋਂ ਵੀ ਵਧੀਆ ਹੁੰਦੀਆਂ, ਜੀਵਨ ਬਤੀਤ ਕਰਕੇ ਜਾਂਦੀਆਂ। ਭਾਵ ਤੇਰੇ ਅੰਦਰੋਂ ਨਰੂਪੁਣਾ ਮਰ ਗਿਆ। ਨਰੂ ਮਰੈ ਕਿਛ ਕਾਮ ਨਾ ਆਵੈ, ਕਿਸੇ ਕੰਮ ਦਾ ਨਹੀਂ ਰਿਹਾ ਤੂੰ। ਪਸ਼ੂ ਮਰੈ, ਜੇ ਤੇਰੇ ਅੰਦਰੋਂ ਪਸ਼ੂਪੁਣਾ ਮਰ ਗਿਆ, 10 ਕਾਜ ਸਵਾਰਾ। 10 ਕਾਜ ਤੇਰੇ ਇੰਦਰੀਆਂ, ਗਿਆਨ ਇੰਦਰੀਆਂ ਦੇ 10 ਕਾਜ ਆ ਜਿਹੜੇ ਸਬਰ ਕੇ ਸਮਝ ਲਓ, ਇਹੀ ਤਾਂ ਸਵਾਰਨ ਆਇਆ ਸੀ। ਇਸੇ ਤਰ੍ਹਾਂ ਜੀਵਨ ਬਣਦਾ। ਸੋ ਇੱਥੇ ਵੀ ਸਮਝਾ ਰਹੇ ਹਨ ਗੁਰੂ ਬਾਬਾ ਜੀ ਕਿ ਕੀ ਹੁੰਦਾ ਭਾਈ? ਅੰਮ੍ਰਿਤ ਲੁੱਟੈ ਹੈ ਉਹ ਸ਼ੁਭ ਗੁਣਾਂ ਦੇ ਅੰਮ੍ਰਿਤ ਨੂੰ ਅਗਿਆਨਤਾ ਵਾਲੇ ਇਹ 5 ਚੋਰ ਆ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਲੁੱਟ ਲੈਂਦੇ ਹਨ। ਮਨਮੁਖ ਨਹੀਂ ਬੂਝੈ, ਜਿਹੜਾ ਗੁਰੂ ਦੇ ਲੜ ਲੱਗੇ ਹੀ ਨਹੀਂ, ਜਿਹਨੇ ਅੰਦਰ ਨੂੰ ਸਮਝਿਆ ਹੀ ਨਹੀਂ, ਜਿਹੜਾ ਅੰਦਰ ਨੂੰ ਗਿਆ ਹੀ ਨਹੀਂ, ਜਿਹਨੇ ਜਾਣਿਆ ਹੀ ਨਹੀਂ, ਉਹ ਇਹਨਾਂ 'ਚ 3 ਗੁਣਾਂ ਦੇ ਵਿੱਚ ਫਸ ਕੇ ਰਹਿ ਜਾਂਦਾ। ਉਹਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਮੇਰੇ ਸ਼ੁਭ ਗੁਣ ਲੁੱਟੇ ਜਾ ਰਹੇ ਆ, ਮੈਂ ਲੁੱਟਿਆ ਜਾ ਰਿਹਾ। ਨਹੀਂ ਤਾਂ ਫਿਰ ਲੁੱਟ ਹੋਵੇ ਹੀ ਨਾ ਕੋਈ। ਜੇ ਬੰਦੇ ਨੂੰ ਪਤਾ ਹੋਵੇ ਵੀ ਮੈਂ ਲੁੱਟਿਆ ਜਾ ਰਿਹਾ, ਫਿਰ ਲੁੱਟ ਹੋਵੇ ਹੀ ਨਾ ਕੋਈ। ਅਗਿਆਨਤਾ ਦੇ ਕਾਰਨ ਮਨੁੱਖ ਲੁੱਟਿਆ ਜਾ ਰਿਹਾ ਹੈ, ਚਾਹੇ ਬਾਹਰੋਂ ਤੇ ਚਾਹੇ ਅੰਦਰੋਂ। ਸਾਰੀ ਲੁੱਟ ਦਾ ਕਾਰਨ ਕੀ ਹੈ? ਅਗਿਆਨਤਾ। ਸਾਡੀ ਸਿੱਖ ਕੌਮ ਦਾ ਜਿਹੜਾ ਅੱਜ ਦੀ ਤਰੀਕ 'ਚ ਮੰਨੀਏ ਚਾਹੇ ਨਾ ਮੰਨੀਏ, ਜਿਹੜਾ ਲੈਵਲ ਥੱਲੇ ਆ ਗਿਆ, ਉਹਦਾ ਕਾਰਨ ਇਹੀ ਹੈ, ਅਸੀਂ ਗੁਰੂ ਤੋਂ ਦੂਰ ਹੋ ਗਏ, ਗੁਰਬਾਣੀ ਤੋਂ ਦੂਰ ਹੋ ਗਏ। ਦੁਬਾਰੇ ਗੁਰਬਾਣੀ ਨਾਲ ਜੁੜ ਜਾਈਏ ਨਾ ਤਾਂ ਫਿਰ ਸਾਡਾ ਜਿਹੜਾ ਹੈ ਪੁਰਾਣੇ ਸਿੱਖਾਂ ਵਾਂਗੂ ਸਾਡੇ ਕੋਲੇ ਬਹੁਤ ਵੱਡਾ ਖਜ਼ਾਨਾ ਅਸੀਂ ਬਣ ਸਕਦੇ ਹਾਂ, ਅੰਦਰੋਂ ਗੁਰਮੁਖ ਬਣ ਸਕਦੇ ਹਾਂ। ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੂਝੈ, ਅੰਦਰੋਂ ਲੁੱਟੇ ਜਾ ਰਹੇ ਆ ਪਰ ਮਨਮੁਖ ਜਾਣਦੇ ਹੀ ਨਹੀਂ। ਕੋਈ ਨਾ ਸੁਣੈ ਪੁਕਾਰਾ, ਅੰਦਰ ਚੀਕ ਪੁਕਾਰ ਹੋ ਰਹੀ ਹੈ, ਆਤਮਾ ਕੁਰਲਾ ਰਹੀ ਹੈ, ਅੰਦਰ ਕੁਲਵਾਟ ਪੈ ਰਿਹਾ, ਪਰ ਅੰਦਰਲੀ ਆਵਾਜ਼ ਨੂੰ ਸੁਣਨੋਂ ਹਟ ਗਏ ਅਸੀਂ ਗੁਰਮੁਖ ਪਿਆਰਿਓ। ਇਹ ਧੁਰ ਅੰਦਰ ਦੀ ਆਵਾਜ਼ ਹੀ ਆ, ਆਪਣੀ ਆਤਮਾ ਦੀ ਆਵਾਜ਼ ਆ। ਜਦ ਵੀ ਤੁਸੀਂ ਕੋਈ ਬੁਰਾ ਕੰਮ ਕਰਨ ਲੱਗੋਗੇ, ਆਤਮਾ ਆਵਾਜ਼ ਦੇਵੇਗੀ ਨਾ ਕਰ ਗਲਤਾਂ ਤੂੰ। ਫਿਰ ਅਗਲਾ ਕਹਿੰਦਾ ਨਾਲ ਦਾ ਵੀ, ਮੰਨ ਲਓ ਰਿਸ਼ਵਤ ਲੈਣੀ ਹੈ, ਕੇਰਾਂ ਬੰਦਾ ਅੰਦਰੋਂ ਝੰਜੋੜਿਆ ਜਾਊਗਾ, ਕੇਰਾਂ ਬੰਦਾ ਕੰਬੂਗਾ, ਕੇਰਾਂ ਬੰਦੇ ਦੀ ਅੰਦਰਲੀ ਹਾਲਤ ਪਤਲੀ ਹੋ ਜਾਊਗੀ, ਲੱਤਾਂ ਕੰਬਣਗੀਆਂ, ਬੁਰਾ ਹਾਲ ਹੋ ਜੂ। ਇਹਦਾ ਮਤਲਬ ਆਤਮਾ ਸਹਿਮਤ ਨਹੀਂ ਹੈ। ਪਰ ਮਨੁੱਖ ਕਹਿੰਦਾ ਮੇਰੇ ਗੁਆਂਢੀ ਨੇ ਕੋਠੀ ਕਿੱਡੀ ਪਾ ਲਈ, ਆਪਾਂ ਵੀ ਬਣਾ ਲਈਏ, ਸਾਰਾ ਇੱਥੇ ਤਾਂ ਐਂ ਚੱਲਦਾ। ਉੱਥੇ ਫਿਰ ਜਿਹੜਾ ਹੈ, ਜੇ ਇੱਥੇ ਗੁਰੂ ਦਾ ਗਿਆਨ ਆ ਫਿਰ ਬੰਦਾ ਬਚ ਸਕਦਾ ਕਿਸੇ ਵੀ ਬੁਰਾਈ ਤੋਂ, ਤੇ ਜੇ ਨਹੀਂ ਹੈ ਤਾਂ ਅੰਧਾ ਗੁਰੂ ਦੇ ਗਿਆਨ ਤੋਂ ਬਿਨਾਂ। ਸੋ ਇੱਥੇ ਗੁਰੂ ਬਾਬਾ ਜੀ ਸਮਝਾ ਰਹੇ ਹਨ, ਅੰਮ੍ਰਿਤ ਲੁੱਟੈ ਹੈ ਮਨਮੁਖ ਨਹੀਂ ਬੂਝੈ, ਕੋਈ ਨਾ ਸੁਣੈ ਪੁਕਾਰਾ। ਅੰਧਾ ਜਗਤ ਅੰਧ ਵਰਤਾਰਾ, ਬਾਜ ਗੁਰੂ ਗੁਬਾਰਾ। ਇਹ ਭਾਈ ਜਗਤ ਆ ਸਾਰਾ ਜਿਹੜਾ ਨਾ, ਜਿਹੜੇ ਤਾਂ ਦੇਖੋ ਜੀ ਗੁਰੂ ਨਾਲ ਜੁੜ ਗਏ, ਉਹਨਾਂ ਨੇ ਆਪਣੇ ਅੰਦਰੋਂ ਗੁਬਾਰ ਤੋੜ ਲਿਆ। ਗੁਬਾਰਾ ਕੀ ਹੁੰਦਾ? ਦੇਖੋ ਮੰਨ ਲਓ ਆਪਾਂ ਕਿਸੇ ਗੁਬਾਰੇ ਦੇ ਵਿੱਚ ਆ, ਹੁਣ ਗਰਭ ਕੀ ਹੈ? ਗਰਭ ਤੋਂ ਗੁਬਾਰਾ, ਇੱਕ ਗਰਭ ਦੇ ਵਿੱਚੋਂ ਨਿਕਲਿਆ ਏ, ਮਾਤਾ ਦੇ ਗਰਭ ਦੇ ਵਿੱਚੋਂ ਲੈ ਲਿਆ ਜਨਮ। ਹੁਣ ਇੱਥੇ 3 ਗੁਣਾਂ ਦਾ ਗੁਬਾਰਾ, ਉਹ ਵੱਡਾ, ਉਹਦੇ ਵਿੱਚ ਹੀ ਰਹਿੰਦੇ ਹਾਂ ਅਸੀਂ। ਉਹਨੂੰ ਪਾਰ ਜਿਹੜਾ ਬੰਦਾ ਕਰ ਗਿਆ, ਉਹਨੂੰ ਕਹਿੰਦੇ ਆ ਹੈਨ ਬਿਰਲੇ ਨਾ ਹੀ ਕਣੇ। ਬਿਰਲੇ ਬਿਰਲੇ ਆ ਜਿਹੜੇ ਮਾਇਆ ਦੇ ਗਰਭ ਤੋਂ ਵੀ ਪਾਰ ਹੋ ਜਾਂਦੇ ਆ, ਨਹੀਂ ਤਾਂ ਜ਼ਿਆਦਾਤਰ 99% ਸਾਰਾ ਕੁਛ ਆ ਨਾ ਜਿਹੜਾ, ਇਹ ਇਸੇ ਗਰਭ ਦੇ ਵਿੱਚ, ਗੁਬਾਰੇ ਦੇ ਵਿੱਚ ਹੀ ਚੱਲ ਰਹਿੰਦਾ। ਕੋਈ ਚੱਲ ਰਿਹਾ, ਕੋਈ ਆ ਗੁਰਮੁਖ ਪਿਆਰਾ, ਉਹਨੂੰ ਕੀ ਕਿਹਾ ਜਾਂਦਾ? ਸਤਿਗੁਰ ਕੈ ਜਨਮੈ ਗਗਨ ਮਟਾਇਆ। ਸਤਿਗੁਰ ਦੇ ਘਰ ਦੇ ਵਿੱਚ ਇਹਨੇ ਜਨਮ ਲੈ ਲਿਆ।
ਹੁਣ ਇਹ ਦੁਨੀਆ ਤੋਂ ਭਗਤਾਂ ਤੇ ਸਾਰੀਆਂ ਜੋੜ ਕਦੇ ਨਾ ਹੋਵੇ, ਦੁਨੀਆ ਤੋਂ ਲਹਿਦਾ ਹੋ ਗਿਆ, ਵੱਖਰਾ ਹੋ ਗਿਆ, ਬਸ ਹੁਣ ਉਹ ਸਾਰਾ ਕੁਝ ਛੱਡ ਬੈਠਾ ਕਿਉਂਕਿ ਗੁਬਾਰ ਚੋਂ ਨਿਕਲ ਗਿਆ। ਅੰਧਾ ਜਗਤ ਅੰਧ ਵਰਤਾਰਾ, ਬਾਝ ਗੁਰੂ ਗੁਬਾਰਾ। ਅਸੀਂ ਗੁਰੂ ਤੋਂ ਬਿਨਾਂ, ਗੁਰੂ ਦੇ ਆਸਰੇ ਤੋਂ ਬਿਨਾਂ ਇਸ ਆਂਡੇ ਦੇ ਵਿੱਚੋਂ ਜਿਵੇਂ ਬੱਚਾ ਨਹੀਂ ਨਿਕਲਦਾ, ਐਂ ਨਿਕਲਦਾ ਮਨ। ਇਹ ਆਂਡਾ ਇੱਕ ਬਣਿਆ ਹੋਇਆ, ਇਹਦੇ ਵਿੱਚੋਂ ਫਿਰ ਬੱਚਾ ਨਿਕਲਦਾ। ਜੇ ਆਂਡੇ ਦੇ ਵਿੱਚ ਹੀ ਕਿੰਨੇ ਹੀ ਪਤਾ ਨਹੀਂ ਕਿੰਨੇ ਆਂਡੇ ਦੇ ਵਿੱਚ ਹੀ ਜੇ ਮਰੀ ਜਾਣ, ਬਾਹਰ ਦੁਨੀਆ ਦੇਖੀ ਨਾ। ਇਸ ਤਰ੍ਹਾਂ ਮਨ ਦੇ ਤਿੰਨਾਂ ਗੁਣਾਂ ਦੇ ਰਜੋ ਤਮੋ ਤੇ ਸਤੋ ਦੇ ਗੁਬਾਰ ਵਿੱਚ ਰਹਿ ਰਿਹਾ ਭਾਈ। ਜੇ ਇਹਨੂੰ ਕਿਤੇ ਚੌਥੇ ਪਦ ਦੇ ਵਿੱਚ ਲਿਜਾਣਾ, ਜੇ ਆਨੰਦ ਲੈਣਾ, ਜੇ ਇਹ ਦੁਨੀਆ ਦੇ ਵਿੱਚ ਆਏ ਆ ਨਾ, ਜੇ ਕੋਈ ਅਸਲੀ ਦੁਨੀਆ ਦੇਖਣੀ ਹੈ, ਸਿੱਧੀ ਗੱਲ ਹੈ, ਇੱਕ ਨਕਲੀ ਹੈ ਤੇ ਇੱਕ ਅਸਲੀ। ਜੇ ਅਸਲੀ ਦੁਨੀਆ ਦੇਖਣੀ ਚਾਹੁੰਦੇ ਆ, ਉਤਲੀ ਦੁਨੀਆ ਦੇਖਣੀ ਚਾਹੁੰਦੇ ਆ, ਉਹ ਸੰਸਾਰ ਦੇਖਣਾ ਚਾਹੁੰਦੇ ਆ, ਬੇਗਮਪੁਰਾ ਸ਼ਹਿਰ ਕੋ ਨਾਉ, ਉੱਥੇ ਬਸਣਾ ਚਾਹੁੰਦੇ ਆ, ਤਾਂ ਇਹ ਗੁਬਾਰ ਦੇ ਵਿੱਚੋਂ ਨਿਕਲਣਾ ਪਊਗਾ। ਤਰੀਕਾ ਕੀ ਹੈ? ਸਾਡੇ ਸਿੱਖਾਂ ਕੋਲ ਤਾਂ ਇਹ ਬਹੁਤ ਵਧੀਆ ਸੌਖਾ ਤਰੀਕਾ ਗੁਰੂਆਂ ਨੇ ਦੇ ਦਿੱਤਾ ਕਿ ਬੈਠ ਕੇ ਗੁਰਬਾਣੀ ਲੜ ਲੱਗੋ ਭਾਈ। ਗੁਰਬਾਣੀ ਰਾਹੀਂ ਸਮਝੋ ਇਹ ਸਾਰੇ ਗੁਬਾਰ ਨੂੰ। ਇਹ ਗਿਆਨ ਦੇ ਰਾਹੀਓ ਹੀ ਸਮਝ ਆਉਂਦੀਆਂ ਹੁੰਦੀਆਂ ਗੱਲਾਂ। ਜੋ ਬ੍ਰਹਮੰਡ ਹੈ ਸੋਈ ਪਿੰਡ ਹੈ, ਜੋ ਖੋਜੈ ਸੋ ਪਾਵੈ। ਸਮਾਂ ਦਿਓ ਭਾਈ, ਸਮਾਂ ਕੱਢੋ ਇੱਧਰਲੇ ਪਾਸੇ ਨੂੰ, ਤਾਂ ਗੁਬਾਰ ਚੋਂ ਅਸੀਂ ਨਿਕਲ ਸਕਦੇ ਹਾਂ। ਹਉਮੈ ਮੇਰਾ ਕਰ ਕਰ ਬਿਗੁੱਤੇ, ਕਿਹ ਚੱਲੇ ਨਾ ਚਲਦਿਆਂ ਨਾਲ। ਜੇ ਭਾਈ ਨਾ ਇੱਧਰਲੇ ਪਾਸੇ ਕੋਸ਼ਿਸ਼ ਕੀਤੀ, ਇਹ ਬਹੁਤ ਵੱਡਾ ਜਾਣੀ ਨੁਕਸਾਨ ਆ। ਜਿਵੇਂ ਕਹਿ ਲਈਏ ਆਜ਼ਾਦੀ ਆ ਨਾ ਜਿਹੜੀ, ਖੁਦਮੁਖਤਿਆਰੀ ਜਿਹਨੂੰ ਕਹਿੰਦੇ ਆ, ਜੇ ਇਹ ਮਨੁੱਖ ਨੂੰ ਪ੍ਰਾਪਤ ਨਾ ਹੋਈ ਨਾ, ਮਨੁੱਖ ਬਹੁਤ ਕਾਸੇ ਤੋਂ ਵਾਂਝਾ ਰਹਿ ਜਾਏਗਾ। ਬਾਹਰੋਂ ਤਾਂ ਆਜ਼ਾਦੀ ਮਿਲ ਗਈ, ਪਰ ਉਹ ਵੀ ਨਹੀਂ ਮਿਲੀ ਅਸਲ ਤਾਂ। ਬਾਹਰੋਂ ਤਾਂ ਕਹਿੰਦੇ ਅਸੀਂ ਆਜ਼ਾਦ ਹਾਂ, ਪਰ ਅੰਦਰੋਂ ਅਸੀਂ ਬੰਨੇ ਪਏ ਆ। ਸਾਡੀ ਆਤਮਾ ਨਪੀੜੀ ਪਈ ਹੈ, ਤੇ ਹੁਣ ਛਡਾਉਣ ਦਾ ਮੌਕਾ ਗੁਰੂ ਹਾਜ਼ਰ ਨਾਜ਼ਰ ਆ। ਛਡਾ ਲਈਏ ਭਾਈ, ਬੇਨਤੀ ਮੰਨ ਲਈਏ, ਹੱਥ ਜੋੜ ਕੇ ਬੇਨਤੀ ਹੈ ਕਿ ਗੁਰਬਾਣੀ ਲੜ ਲੱਗ ਜਾਈਏ। ਹਉਮੈ ਮੇਰਾ ਕਰ ਕਰ ਬਿਗੁੱਤੇ, ਕਿਹ ਚੱਲੇ ਨਾ ਚਲਦਿਆਂ ਨਾਲ। ਨਹੀਂ ਲੱਗਾਂਗੇ, ਫਿਰ ਕੀ ਹੋਵੇਗਾ? ਹਉਮੈ ਦੇ ਵਿੱਚ ਮੇਰੀ ਪਕੜ ਹੋ ਜਾਂਦੀ ਹੈ। ਜਿੱਥੇ ਜਿਹੜੇ ਬੰਦੇ ਨੂੰ ਹਉਮੈ ਹੋਵੇ ਨਾ, ਫਿਰ ਉਹਨੇ ਜਿਹੜੀ ਚੀਜ਼ ਪਕੜ ਲਈ ਨਾ, ਉਹ ਛੱਡ ਨਹੀਂ ਸਕਦਾ। ਹਉਮੈ ਦੇ ਨਾਲ ਹੀ ਪਕੜ ਆਉਂਦੀ ਹੈ ਭਾਈ। ਸਾਰੇ ਕਾਸੇ ਦਾ ਮੇਨ ਚੀਜ਼ ਜਾੜਾ ਜਿਹੜੀ ਨਾ, ਉਹ ਹਉਮੈ ਆ। ਹਉਮੈ ਮੇਰਾ, ਮੇਰੀ, ਜਬ ਹਮ ਹੋਤੇ ਤਬ ਤੂੰ नाही, ਅਬ ਤੂੰ ਹੀ ਮੈਂ नाही। ਹਉਮੈ ਮੇਰਾ ਕਰ ਕਰ ਬਿਗੁੱਤੇ, ਲੁੱਟੇ ਜਾ ਰਹੇ ਆ ਮਨੁੱਖ, ਕਿਹ ਚੱਲੇ ਨਾ ਚੱਲਦਿਆਂ ਨਾਲ। ਜਿਹੜਾ ਬਾਹਰਲਾ ਮਟੀਰੀਅਲ ਵਰਡ ਆ, ਇਹਦੇ ਵਿੱਚੋਂ ਕੁਝ ਵੀ ਨਾਲ ਨਹੀਂ ਜਾਣਾ, ਇਹ ਸਰੀਰ ਵੀ ਨਾਲ ਨਹੀਂ ਜਾਣਾ। ਇਹ ਤੋਂ ਤਾਂ ਲਾਹਾ ਲੈਣਾ, ਸਰੀਰ ਤੋਂ ਤਾਂ ਇਹ ਦਿਮਾਗ ਤੋਂ ਲਾਹਾ ਲੈਣਾ। ਕੇਵਲ ਤੇ ਕੇਵਲ ਇਹ ਮਨੁੱਖ ਕੋਲ ਹੀ ਆ, ਜਿਹੜਾ ਮਨੁੱਖ ਖੋਲ੍ਹ ਕੇ ਉਸ ਪਰਮ ਆਨੰਦ ਤੱਕ ਪਹੁੰਚ ਸਕਦਾ। ਆਪਣਾ ਕਾਰਜ ਆਪਣਾ ਹੱਥੀਂ, ਆਪਣਾ ਆਪੇ ਹੀ ਕਾਜ ਸਵਾਰੀਐ। ਮਨੁੱਖ ਕਾਜ ਸਵਾਰ ਸਕਦਾ। ਹੋਰ ਕਿਸੇ ਦੀ ਇੰਨੀ ਡਿਵੈਲਪਮੈਂਟ ਦਿਮਾਗ ਦੀ, ਪਸ਼ੂ ਪੰਛੀਆਂ ਦੀ ਨਹੀਂ ਹੋਈ ਭਾਈ। ਹੁਣ ਮਨੁੱਖ ਨੂੰ ਸਾਰਾ ਕੁਝ ਪਤਾ, ਜੇ ਕਿਤੇ ਸਮਝ ਲਵੇ ਵੀ ਨਾਲ ਕੁਝ ਨਹੀਂ ਜਾਣਾ ਭਾਈ। ਜਿਹੜੇ ਤੂੰ ਪਾਪ ਕਰਕੇ, ਹਉਮੈ ਦੇ ਕਰਕੇ ਪਕੜ ਕਰਦਾ, ਪਾਪ ਕਰਦਾ, ਇਹ ਪਾਪ ਜ਼ਰੂਰ ਤੇਰੇ ਨਾਲ ਜਾਣਗੇ। ਜਿਹੜੇ ਸੂਖਸ਼ਮ ਮਟੀਰੀਅਲ ਵਰਲਡ, ਸਾਰਾ ਇੱਥੇ ਹੀ ਛੱਡ ਜਾਣਾ, ਕੁਝ ਨਹੀਂ ਨਾਲ ਜਾਣਾ। ਗੁਰਮੁਖ ਹੋਵੇ ਸੋ ਨਾਮ ਧਿਆਵੈ, ਇਹ ਮਨਮੁਖ ਦੀ ਨਿਸ਼ਾਨੀ ਆ, ਜਿਹੜਾ ਬਾਹਰਲੇ ਪਾਸੇ ਤਿੰਨਾਂ ਗੁਣਾਂ 'ਚ ਫਸਿਆ ਹੋਇਆ। ਜਿਹੜਾ ਗੁਰੂ ਲੜ ਲੱਗ ਗਿਆ ਤੇ ਉਹਨੇ ਆਪਣਾ ਗਰਭ ਤੋੜ ਲਿਆ, ਇਹ ਗੁਬਾਰ ਚੋਂ ਨਿਕਲ ਗਿਆ, ਉਹਨੂੰ ਕਹਿੰਦੇ ਆ ਗੁਰਮੁਖ। ਆਪਾਂ ਤਾਂ ਬਾਹਰੋਂ ਕੱਪੜੇ ਕੁੱਪੜੇ ਦੇਖ ਕੇ ਕਹਿ ਦਿੰਦੇ ਹਾਂ, ਪਰ ਨਹੀਂ। ਗੁਰਬਾਣੀ, ਸਾਡਾ ਨੁਕਸਾਨ ਵੀ ਤਕਰੀਬਨ ਸਿੱਖਾਂ ਦਾ ਇਸ ਕਰਕੇ ਮੈਨੂੰ ਤਾਂ ਲੱਗਦਾ ਹੋਇਆ। ਅਸੀਂ ਬਾਹਰੋਂ ਦੇਖ ਲੈਂਦੇ ਹਾਂ, ਪਰ ਅੰਦਰੋਂ ਨਹੀਂ ਦੇਖਦੇ ਵੀ ਗੁਰਮੁਖ ਆ ਕਿ ਮਨਮੁਖ ਆ। ਨਿਸ਼ਾਨੀ ਕੀ ਹੈ? ਗੁਰਮੁਖ ਹੋਵੇ ਸੋ ਨਾਮ ਧਿਆਵੈ। ਉਹਦਾ ਧਿਆਨ ਪ੍ਰਮਾਤਮਾ ਨਾਲ, ਵਾਹਿਗੁਰੂ ਨਾਲ ਹੁੰਦਾ। ਵਾਹਿਗੁਰੂ ਦਾ ਕੈਮਰਾ ਉਹਦੇ 'ਤੇ ਲੱਗਿਆ ਹੁੰਦਾ, ਇਹ ਸਮਝ ਲਓ। ਧਿਆਨ ਉਹਦਾ ਜੁੜਿਆ ਹੁੰਦਾ। ਸਦਾ ਹਰ ਵਾਹਿਗੁਰੂ, ਸਦਾ ਹਰ ਨਾਮ ਸੰਭਾਲ। ਗੁਰਮੁਖ ਹੋਵੇ ਸੋ ਕਾਰਕ ਸੋ ਨਾਮ ਧਿਆਵੈ। ਜਿਹੜੇ ਗੁਰਮੁਖ ਹੁੰਦੇ ਆ, ਉਹ ਨਾਮ ਦੇ ਨਾਲ ਧਿਆਨ ਜੋੜ ਲੈਂਦੇ ਆ। ਨਾਮ ਕਿੱਥੋਂ ਮਿਲਣਾ ਸਾਨੂੰ? ਗੁਰੂ ਤੋਂ। ਗੁਰੂ ਕੌਣ ਆ?
ਗੁਰਬਾਣੀ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਉਹ ਅੰਮ੍ਰਿਤ ਪੀਣਾ, ਉਹ ਅੰਦਰੋਂ ਜਿਹੜਾ ਹੈ ਅਸੀਂ ਜਾਗਰਤ ਅਵਸਥਾ ਦੇ ਵਿੱਚ ਹੋਣਾ, ਗੁਰੂ ਨਾਲ ਜੁੜ ਕੇ ਸਾਰਾ ਕੁਝ ਇਹ ਹੋਣਾ। ਨਾਮ ਧਿਆਨ ਦੇ ਵਿੱਚ ਵਸਾ ਲੈਂਦੇ ਆ, ਸਦਾ ਹਰ ਨਾਮ ਸੰਭਾਲ। ਇਸ ਨਾਮ ਦੀ ਸੰਭਾਲਣਾ ਹਰ ਇੱਕ ਬੰਦੇ ਨੂੰ ਸਦਾ ਵਾਸਤੇ ਕਰਨੀ ਚਾਹੀਦੀ ਹੈ। ਸੱਚੀ ਬਾਣੀ ਹਰ ਗੁਣ ਗਾਵੈ, ਨਦਰੀ ਨਦਰ ਨਿਹਾਲ। ਤੇ ਸਾਨੂੰ ਕੀ ਉਪਦੇਸ਼ ਆ ਜੀ? ਹੁਣ ਜੇ ਸਾਰਿਆਂ ਨੂੰ ਇਹ ਚਾਹੀਦਾ, ਕੰਬ ਗਿਆ ਅੰਦਰ, ਅੰਦਰ ਕੰਬ ਗਿਆ, ਦੱਸੋ ਜੀ ਹੁਣ ਕੀ ਉਪਦੇਸ਼ ਆ? ਹੁਣ ਉਹੀ ਆ ਗਈ ਪ੍ਰੈਜੈਂਟ। ਹੁਣ ਸਾਨੂੰ ਕੀ ਸਮਝਾਇਆ ਜਾ ਰਿਹਾ? ਹੁਣ ਨਾਮ ਕਿੱਥੋਂ ਮਿਲਣਾ ਸਾਨੂੰ? ਅੱਜ ਦੀ ਤਰੀਕ 'ਚ ਹੁਣੇ ਅਸੀਂ ਕਿੱਥੋਂ ਪ੍ਰਾਪਤ ਕਰ ਸਕਦੇ ਹਾਂ? ਸੱਚੀ ਬਾਣੀ। ਸੱਚੀ ਬਾਣੀ ਹਰ ਗੁਣ ਗਾਵੈ। ਇਸ ਬਾਣੀ ਦੇ ਰਾਹੀਂ ਪ੍ਰਮਾਤਮਾ ਦੇ ਗੁਣ ਗਾਉਣੇ ਆ। ਨਦਰੀ ਨਦਰ ਨਿਹਾਲ। ਉੱਧਰ ਕੀ ਸੀ ਜਪਜੀ ਸਾਹਿਬ ਦੇ ਅਖੀਰ ਦੇ ਵਿੱਚ? ਨਦਰੀ ਨਦਰ ਨਿਹਾਲ। ਨਦਰ ਪ੍ਰਾਪਤ ਕਰਨੀ ਆ, ਗੁਰੂ ਦੇ ਨਾਲ ਜੁੜਨਾ। ਗੁਣ ਗਾਉਣ ਤੋਂ ਭਾਵ ਕੱਲਾ ਜ਼ੁਬਾਨ ਤੋਂ ਨਹੀਂ ਗਾਉਣੇ, ਭਾਵ ਪ੍ਰਭਾਵਿਤ ਹੋ ਜਾਣਾ। ਜਿਵੇਂ ਕਿਸੇ ਪਾਰਟੀ ਤੋਂ ਪ੍ਰਭਾਵਿਤ ਹੋ ਗਿਆ, ਕੋਈ ਉਹਦੇ ਹੀ ਗੁਣ ਗਾਉਂਦਾ, ਕੋਈ ਟੀਚਰ ਤੋਂ ਪ੍ਰਭਾਵਿਤ ਹੋ ਗਿਆ, ਕੋਈ ਕਿਸੇ ਤੋਂ। ਜਿਹੜਾ ਬੰਦਾ ਗੁਰਬਾਣੀ ਤੋਂ ਪ੍ਰਭਾਵਿਤ ਹੋ ਗਿਆ, ਉਹ ਫਿਰ ਗੁਰਬਾਣੀ ਦੇ ਹੀ ਗੁਣ ਗਾਊਗਾ, ਗੁਰਬਾਣੀ ਦੀ ਹੀ ਗੱਲ ਕਰੂਗਾ, ਗੁਰਬਾਣੀ ਹੀ ਪਰਮਾਤਮਾ ਵਾਹਿਗੁਰੂ ਆ। ਨਦਰੀ ਨਦਰ ਨਿਹਾਲ। ਫਿਰ ਉਹਦੀ ਨਜ਼ਰ ਦੇ ਵਿੱਚ ਜਿਹੜਾ ਆ ਗਿਆ, ਆਉਣਾ ਅਸੀਂ ਆ, ਫੋਕਸ ਦੇ ਵਿੱਚ ਆਉਣਾ। ਦੇਖੋ ਹੁਣ ਲਾਈਟਾਂ ਜਗ ਰਹੀਆਂ, ਹੁਣ ਮੈਂ ਵਿਚਾਲੇ ਬੈਠਾ ਐਨ ਸੈੱਟ ਹੋਇਆ, ਤਾਂ ਮੇਰੀ ਫੋਟੋ ਆ ਰਹੀ ਹੈ। ਹੁਣ ਲਾਈਟਾਂ ਇਸੇ ਤਰ੍ਹਾਂ ਹੀ ਜਗਦੀਆਂ, ਮੈਂ ਉੱਧਰਲੇ ਪਾਸੇ ਹੋ ਜਾ। ਲਾਈਟਾਂ ਦਾ ਕੋਈ ਕਸੂਰ ਨਹੀਂ, ਇਹਦਾ ਸਾਰੇ ਸਿਸਟਮ ਦਾ ਕੋਈ ਕਸੂਰ ਨਹੀਂ, ਮੈਂ ਪਾਸੇ ਹੋ ਗਿਆ। ਮੈਂ ਆਪਣੇ ਆਪ ਨੂੰ ਇੱਥੇ ਫੇਰ ਲੈ ਆਵਾਂ, ਫੇਰ ਦਿਸਣ ਲੱਗ ਜਾਊਂਗਾ। ਇਹੀ ਹੈ ਭਾਈ, ਇਹ ਅਸੀਂ ਆਪਣਾ, ਸਾਡਾ ਮਨ ਆ, ਉਹਦੀ ਕਿਰਪਾ ਹੋ ਰਹੀ ਹੈ, ਅਸੀਂ ਆਪਣਾ ਭਾਂਡਾ ਸਿੱਧਾ ਕਰਨਾ। ਉਹ ਪ੍ਰਮਾਤਮਾ ਵਾਹਿਗੁਰੂ ਦੇ ਗੁਣ ਗਾਉਣੇ ਆ, ਬਾਣੀ ਦੇ ਲੜ ਲੱਗਣਾ। ਸੱਚੀ ਬਾਣੀ ਹੈ ਭਾਈ। ਸੱਚੀ ਬਾਣੀ ਹਰ ਗੁਣ ਗਾਵੈ, ਨਦਰੀ ਨਦਰ ਨਿਹਾਲ। ਜਿਹੜਾ ਬਾਣੀ ਨੂੰ ਗਾਉਂਦਾ ਗਾਉਂਦਾ ਬਾਣੀ ਤੋਂ ਪ੍ਰਭਾਵਿਤ ਹੋ ਜਾਂਦਾ। ਪ੍ਰਭਾਵਿਤ ਤਾਂ ਹੋਵਾਂਗੇ ਜੇ ਵਿਚਾਰ ਕਰਾਂਗੇ ਭਾਈ ਗੁਰਮੁਖ ਪਿਆਰਿਓ, ਨਹੀਂ ਤਾਂ ਗਾ ਗਾ ਕੇ ਬਹੁਤ ਨੰਗ ਗਏ। ਜਿਹੜਾ ਹੈ ਪੜ੍ਹ ਪੜ੍ਹ ਗੱਡੇ ਲੱਦੀਆ ਵੀ ਕਿਹਾ ਗੁਰਬਾਣੀ ਦੇ ਵਿੱਚ। ਸਭ ਸੇ ਉੱਪਰ ਗੁਰ ਸ਼ਬਦ ਵਿਚਾਰ। ਕੀ ਪੜ੍ਹ ਰਹੇ ਆ? ਉਹ ਗਿਆਨ ਜਦੋਂ ਸਾਡੇ ਅੰਦਰ ਪੈਂਦਾ, ਜਿਹੜਾ ਹੈ ਗਿਆਨ ਕਾ ਬੱਧਾ ਮਨ ਰਹਿ। ਕਦੇ ਵੀ ਤੁਸੀਂ ਦੇਖ ਲਿਓ, ਜਿਹੜੀ ਚੀਜ਼ ਦਾ ਤੁਹਾਨੂੰ ਨਾ ਪਤਾ ਹੋਊ ਨਾ, ਨਵੀਂ ਚੀਜ਼ ਦੇਖੋਗੇ, ਉੱਥੇ ਮਨ ਇੱਕਦਮ ਐਨ ਪੂਰਾ ਐਂ ਹੋ ਜਾਂਦਾ। ਜੇ ਨਵੀਂ ਵਿਚਾਰ, ਸਾਹਿਬ ਮੇਰਾ ਨੀਤ ਨਵਾਂ, ਨਵੀਂ ਨਵੀਂ ਵਿਚਾਰ ਸੁਣਾਂਗੇ, ਸਰਵਣ ਕਰਾਂਗੇ, ਨਵਾਂ ਗਿਆਨ। ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਤੋਂ ਬਿਨਾਂ ਗਿਆਨ ਹੋ ਹੀ ਨਹੀਂ ਸਕਦਾ ਭਾਈ। ਇਸ ਕਰਕੇ ਅਸੀਂ ਇਹ ਕਾਰਜ ਆਪ ਖੁਦ ਕਰਨਾ, ਇਹ ਪ੍ਰਬੰਧ ਅਸੀਂ ਕਰਨਾ ਬਾਹਰਲਾ, ਕਿ ਸਾਨੂੰ ਗੁਰੂ ਦਾ ਗਿਆਨ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪ੍ਰਾਪਤ ਹੋ ਜਾਵੇ, ਨਹੀਂ ਅਸੀਂ ਭਾਈ ਰਹਿ ਜਾਾਂਗੇ। ਸੱਚੀ ਬਾਣੀ ਹਰ ਗੁਣ ਗਾਵੈ, ਨਦਰੀ ਨਦਰ ਨਿਹਾਲ। ਸਤਿਗੁਰ ਗਿਆਨ ਸਦਾ ਘਟ ਚਾਨਣ। ਲੈ ਭਾਈ, ਉਹ ਨਹੀਂ ਡੋਲਦਾ ਜਿਹੜਾ ਗੁਰੂ ਲੜ ਲੱਗ ਗਿਆ। ਕਿਉਂ ਨਹੀਂ ਡੋਲਦਾ? ਉਹਦਾ ਕਾਰਨ ਇਹ ਹੈ ਵੀ ਸਤਿਗੁਰ ਗਿਆਨ। ਸਤਿਗੁਰੂ ਕੀ ਹੈ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰੀ ਗਿਆਨ ਹੈ, ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ। ਸਤਿਗੁਰ ਗਿਆਨ ਸਦਾ, ਸਦਾ ਵਾਸਤੇ ਗਿਆਨ ਪਿਆ। ਲੈਣਾ ਤਾਂ ਹੁਣ ਅਸੀਂ ਹੈ ਨਾ। ਘਟ ਚਾਨਣ, ਘਟ ਹੁੰਦਾ ਹਿਰਦਾ, ਹਿਰਦੇ ਦੇ ਵਿੱਚ ਚਾਨਣ ਕਰ ਦੇਣ ਵਾਲੀ ਗੁਰਬਾਣੀ ਹੈ। ਕਿਵੇਂ ਚਾਨਣ ਕਰਦੀ ਹੈ? ਉਹ ਐਂ ਵੀ ਦੱਸਿਆ, ਗੁਰਬਾਣੀ ਇਸ ਜੱਗ ਮੈਂ ਚਾਨਣ ਕਰਮ ਵਸੈ ਮਨ ਹੈ। ਕਰਮਾਂ ਵਾਲਿਆਂ ਦੇ ਮਨ 'ਚ ਵਸਦੀ ਹੈ ਭਾਈ, ਕਿਉਂਕਿ ਇਹਦੇ ਵਾਸਤੇ ਕੋਸ਼ਿਸ਼ ਕਰਨੀ ਪੈਂਦੀ ਹੈ। ਕੋਸ਼ਿਸ਼ ਕਸ਼ਿਸ਼ ਬਣੂ ਪਹਿਲਾਂ। ਜੋ ਆ ਪ੍ਰੋਗਰਾਮ ਹੋ ਰਹੇ ਆ ਨਾ, ਜੇ ਮੇਰੀ ਸੋਚ ਆ ਤੁੱਛ ਬੁੱਧੀ, ਉਹਦੇ ਮੁਤਾਬਕ ਇਹ ਆ ਵੀ ਇਹ ਸਾਰੇ ਕਾਸੇ ਦਾ ਕਾਰਨ ਇਹੀ ਹੁੰਦਾ ਵੀ ਤੁਹਾਨੂੰ ਸਾਰਿਆਂ ਦੇ ਅੰਦਰ ਕਸ਼ਿਸ਼ ਪੈਦਾ ਹੋ ਜਾਵੇ ਵੀ ਗੁਰਬਾਣੀ ਦੇ ਵਿੱਚ ਇੰਨਾ ਗਿਆਨ ਆ ਗੁਰਬਾਣੀ ਦੇ ਵਿੱਚ ਆ। ਬਸ ਕਸ਼ਿਸ਼ ਤੋਂ ਬਾਅਦ ਕੋਸ਼ਿਸ਼, ਕੋਸ਼ਿਸ਼ ਤੋਂ ਬਾਅਦ ਮਿਲਾਪ। ਘਟ ਚਾਨਣ ਹਿਰਦੇ 'ਚ ਕਰ ਦਿੰਦੀ ਹੈ ਚਾਨਣ। ਅਮਰ ਸਿਰ ਬਾਦਸ਼ਾਹ। ਮਨੁੱਖ ਕੀ ਬਣ ਜਾਂਦਾ? ਬਾਦਸ਼ਾਹਾਂ ਦਾ ਬਾਦਸ਼ਾਹ। ਇਹ ਬਣਾਇਆ ਸੀ ਸਾਨੂੰ ਗੁਰੂ ਸਾਹਿਬਾਨਾਂ ਨੇ, ਖੁਦ ਮੁਖਤਿਆਰ, ਸਾਰੇ ਪਾਸਿਓਂ ਪੂਰਾ। ਬਾਦਸ਼ਾਹ ਵੀ ਕੀ ਐਸੀ ਰੂਹ ਦੀ ਜਿਹੜਾ ਰੀਸ ਕਰ ਲੂ। ਬਾਦਸ਼ਾਹ ਕਿਉਂ ਨਹੀਂ ਰੀਸ ਕਰ ਸਕਦਾ? ਕਿਉਂਕਿ ਉਹ ਤਿੰਨਾਂ ਗੁਣਾਂ ਦੇ ਵਿੱਚ ਫਸਿਆ ਹੋਇਆ। ਤੇ ਇੱਕ ਗੁਰਮੁਖ ਆ ਜਿਹੜਾ, ਉਹ ਤਿੰਨਾਂ ਗੁਣਾਂ ਤੋਂ ਉੱਪਰ ਆ। ਅਸਲੀ ਬਾਦਸ਼ਾਹੀ ਪ੍ਰਾਪਤ ਹੋ ਜਾਂਦੀ ਹੈ ਜਿਹੜਾ ਮਨੁੱਖ ਆਪਣੇ ਅੰਦਰੋਂ ਪਰਮਾਤਮਾ ਦੀ ਜੋਤ ਪ੍ਰਗਟ ਕਰ ਲੈਂਦਾ। ਭਾਵ ਅਰਥ ਆਪਣੇ ਅੰਦਰੋਂ ਪਰਮਾਤਮਾ ਵਾਲੇ
ਗੁਣ ਪੈਦਾ ਕਰ ਲੈਂਦਾ, ਸ਼ੁਭ ਗੁਣ ਪੈਦਾ ਕਰ ਲੈਂਦਾ ਹੈ, ਉਹ ਅੰਦਰੋਂ ਬਾਦਸ਼ਾਹ ਬਣ ਜਾਂਦਾ ਹੈ। ਬਾਹਰੋਂ ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾਂ ਪੁਰੀਆਂ ਭਾਰ। ਬਾਦਸ਼ਾਹਾਂ ਦੀ ਵੀ ਭੁੱਖ ਬਾਦਸ਼ਾਹਾਂ ਦੀ ਵੀ ਨਹੀਂ ਮਿਟਦੀ, ਇਹ ਵੀ ਹੋਰ 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 ਹੋਰ, ਪਰ ਜਿਹੜਾ ਅੰਦਰੋਂ ਰੱਜ ਲੈਂਦਾ ਉਹ ਅਸਲੀ ਬਾਦਸ਼ਾਹ ਬਣ ਜਾਂਦਾ ਭਾਈ। ਅਨ ਦਿਨ ਭਗਤ ਕਰਹਿ ਦਿਨ ਰਾਤੀ, ਇਹ ਸਾਡੀ ਭਗਤੀ ਆ ਭਾਈ। ਪਹਿਲਾਂ ਵੀ ਆਪਾਂ ਇਹੀ ਸਮਝਿਆ ਸੀ ਨਾ, ਕਿਸੇ ਦੀ ਕਿਵੇਂ ਹੋ ਸਕਦੀ ਹੈ, ਮੈਂ ਪਹਿਲਾਂ ਹੀ ਹੱਥ ਜੋੜਤੇ। ਜੋ ਗੁਰਬਾਣੀ ਮੁਤਾਬਕ ਮੈਨੂੰ ਸਮਝ ਲੱਗੀ ਆ ਉਹ ਵੀ ਤੁੱਛ ਬੁੱਧੀ, ਉਹ ਮੈਂ ਗੱਲ ਕਰਦਾ, ਕਿਉਂਕਿ ਪੰਜਾਬੀ ਦੇ ਵਿੱਚ ਚੰਗੀ ਸਮਝ ਆਉਂਦੀ ਵੀ, ਐਸੀ ਗੱਲ ਵੀ ਹੈ ਨਹੀਂ ਗੀ ਵੀ ਕਿਹੜੀ ਭਗਤੀ ਆ ਕਿਵੇਂ ਆ। ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੈ, ਇਹ ਗੱਲ ਆ ਭਾਈ। ਨਹੀਂ ਪੰਜਾਬੀ ਦੇ ਵਿੱਚ ਕਿਵੇਂ ਨਾ ਸਮਝ ਆਵੇ। ਕੀ ਸਮਝਾਇਆ? ਅਨ ਦਿਨ ਭਗਤ ਕਰਹਿ ਦਿਨ ਰਾਤੀ, ਉਹ ਦਿਨ ਤੇ ਰਾਤ ਭਗਤੀ ਕਰਦੇ ਹਨ। ਹੁਣ ਕੀ ਉਹ ਆਪਦਾ ਘਰ ਦਾ ਕੰਮ ਨਹੀਂ ਕਰਦੇ, ਘਰ ਪਰਿਵਾਰ ਨਹੀਂ ਸਾਂਭਦੇ, ਬੱਚਿਆਂ ਨੂੰ ਨਹੀਂ ਸਾਂਭਦੇ, ਆਪਦੀ ਦੁਨੀਆ ਦੀ ਤਰੱਕੀ ਨਹੀਂ ਕਰਦੇ, ਦੁਨੀਆ ਦਾ ਆਨੰਦ ਨਹੀਂ ਲੈਂਦੇ। ਜੇ 84 ਲੱਖ ਸਾਲ ਬਾਅਦ ਮਨੁੱਖ ਆਇਆ ਤਾਂ ਇੰਨੀ ਸਜ਼ਾ ਕੱਟ ਕੇ ਆਇਆ, ਤਾਂ ਆਨੰਦਿਤ ਜੀਵਨ ਚਾਹੀਦਾ ਮਨੁੱਖ ਦਾ, ਇਹਦੇ 'ਚ ਵੀ ਫਸਿਆ ਪਿਆ। ਦਿਨ ਰਾਤੀ ਭਗਤੀ ਕਿਹੜੀ ਹੁੰਦੀ ਹੈ? ਫਿਰ ਪ੍ਰਭਾਵਿਤ ਹੋ ਜਾਣਾ। ਜਿੱਦਾਂ ਪਤਾ ਲੱਗ ਗਿਆ ਨਾ ਵੀ ਉਹਦਾ ਕੈਮਰਾ ਚੱਲ ਰਿਹਾ, ਦਿਨ ਰਾਤ ਅਲਰਟ ਰਹੂ ਬੰਦਾ। ਦਿਨ ਰਾਤ ਤੋਂ ਮਤਲਬ ਆ ਪ੍ਰਭਾਵਿਤ ਹੋ ਜਾਣਾ। ਜਿਹੜਾ ਗੁਰੂ ਤੋਂ ਪ੍ਰਭਾਵਿਤ ਹੋ ਜਾਂਦਾ, ਪਰਮਾਤਮਾ ਤੋਂ ਪ੍ਰਭਾਵਿਤ ਹੋ ਜਾਂਦਾ, ਦਿਨ ਰਾਤ ਹੀ ਉਹਦੀ ਲੇਵਾ ਜਿਹੜੀ ਕੁਦਰਤੀ ਤੌਰ 'ਤੇ ਹੀ ਇੱਧਰਲੇ ਪਾਸੇ ਨੂੰ ਜੁੜ ਜਾਂਦੀ ਹੈ। ਮੈਂ ਪਹਿਲਾਂ ਦੱਸਿਆ ਵੀ ਕਾਰਜ ਭਾਈ ਬੜਾ ਔਖਾ, ਅੰਦਰਲਾ ਕਾਰਜ ਹੈ, ਇਹ ਹੋ ਜਾਂਦਾ ਨਾਮੁਮਕਿਨ ਨਹੀਂ ਹੈ, ਮੁਸ਼ਕਲ ਆ, ਪਰ ਬਹੁਤ ਸੌਖਾ ਜੇ ਗੁਰੂ ਦੇ ਲੜ ਲੱਗ ਜਾਈਏ। ਆਪਣੇ ਆਪ ਚੈਨ ਚੜ੍ਹਾਵਾਂਗੇ, ਮੂੰਹ ਸਿਰ ਕਾਲਾ ਕਰਾ ਕੇ ਹੋ ਸਕਦਾ ਚੈਨ ਨਾ ਵੀ ਚੜ੍ਹੇ। ਜੇ ਗੁਰੂ ਤੋਂ ਪੁੱਛ ਲਾਂਗੇ, ਸਿਆਣੇ ਬੰਦੇ ਤੋਂ ਕਿਸੇ ਤੋਂ ਪੁੱਛ ਲਾਂਗੇ ਜੀ ਚੈਨ ਕਿਵੇਂ ਚੜ੍ਹਾਈ ਜਾਂਦੀ, ਉਹ ਨੁਕਤਾ ਦੱਸ ਦੂ ਵੀ ਪਹਿਲਾਂ ਮੂਰਲੀ ਗਰਾਰੀ ਤੋਂ ਲਾਲਾ ਅੱਧੀ ਕੁ ਮਗਰ ਚੜ੍ਹਾ ਕੇ ਤੇ ਮਾਰਦੇ ਪੈਡਲ ਚੜ੍ਹ ਗਈ। ਜੇ ਕਿਤੇ ਗੁਰੂ ਨਾਲ ਜੁੜ ਜਾਾਂਗੇ, ਸੱਚੀ ਭਗਤੀ ਦਾ ਸਾਨੂੰ ਪਤਾ ਲੱਗ ਜੂ, ਅਸੀਂ ਲਾਹਾ ਪ੍ਰਾਪਤ ਕਰ ਲਾਂਗੇ ਜ਼ਿੰਦਗੀ ਦਾ। ਦਿਨ ਰਾਤ ਤੀ ਉਹ ਗੁਰਮੁਖ ਪਿਆਰਿਆਂ ਦੀ ਭਗਤੀ ਆਟੋਮੈਟਿਕ ਅੰਦਰੋਂ ਹੋਈ ਜਾਂਦੀ ਹੁੰਦੀ ਹੈ, ਹੋ ਰਹੀ ਹੁੰਦੀ ਹੈ। ਇਸ ਅਵਸਥਾ ਦੇ ਵਿੱਚ ਪਹੁੰਚਿਆਂ ਦੀ ਰਾਕਟ ਜਿਵੇਂ ਚੜ੍ਹਾਉਣ ਨੂੰ ਤਾਂ ਟਾਈਮ ਲੱਗਦਾ, ਜਦੋਂ ਉਤਲੀ ਹਵਾ 'ਚ ਪਹੁੰਚ ਜਾਂਦਾ ਫਿਰ ਆਪਣੇ ਆਪ ਹੀ ਹੋ ਜਾਂਦਾ। ਭਾਵ ਉਹ ਗੁਰਮੁਖ ਪਿਆਰਿਆਂ ਦੇ ਹੱਥੋਂ ਚੰਗੇ ਕੰਮ ਹੋਣੇ ਸ਼ੁਰੂ ਹੋ ਜਾਂਦੇ ਆ। ਰਾਮ ਨਾਮ ਸੱਚ ਲਾਹਾ, ਇਹੀ ਰਾਮ ਦੇ ਨਾਮ ਦਾ ਲਾਹਾ ਭਾਈ, ਕਿ ਸੱਚ ਨੂੰ ਪ੍ਰਾਪਤ ਕਰ ਲਈਏ। ਅਸੀਂ ਝੂਠ ਹਾਂ। ਸ਼ੁਰੂ ਕਿੱਥੋਂ ਹੁੰਦੀ ਹੈ ਬਾਣੀ? ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਸੱਚ ਦੇ ਨਾਲ ਜੁੜ ਜਾਈਏ, ਇਹ ਲਾਹਾ ਜ਼ਿੰਦਗੀ ਦਾ। ਨਾਨਕ ਰਾਮ ਨਾਮ ਨਿਸਤਾਰਾ, ਸ਼ਬਦ ਰਤੇ ਹਰ ਪਾਹਾ। ਤੀਜੇ ਪਾਤਸ਼ਾਹ ਜੀ ਸਮਝਾ ਰਹੇ ਹਨ ਅਖੀਰਲੀ ਪੰਕਤੀ 'ਚ, ਨਾਨਕ ਰਾਮ ਨਾਮ ਨਿਸਤਾਰਾ। ਰਾਮ ਦਾ ਨਾਮ ਕੀ? ਅੱਜ ਕਲੀਅਰ ਹੋ ਜਾਣਾ ਚਾਹੀਦਾ ਆਪਾਂ ਨੂੰ ਬਿਲਕੁਲ। ਨਿਸਤਾਰਾ, ਨਿਸ ਹੁੰਦੀ ਹੈ ਕਾਲਖ, ਕਾਲਖ ਦਾ ਅਰਥ ਹੈ ਇੱਥੇ ਅਗਿਆਨਤਾ। ਨਿਸਤਾਰਾ ਪਰਮਾਤਮਾ ਦਾ ਨਾਮ। ਗੁਰੂ ਨਾਨਕ ਤੀਜੇ ਨਾਨਕ ਜੀ ਫਰਮਾਨ ਕਰ ਰਹੇ ਹਨ, ਰਾਮ ਦੇ ਨਾਮ ਦੇ ਰਾਹੀਂ ਮੰਮੀ ਨੂੰ ਸਿਹਾਰੀ ਹੈ। ਕੀ ਹੁੰਦਾ ਜੀ? ਕਿਉਂਕਿ ਪਤਾ ਵੀ ਲੱਗੇ ਨਾ ਵੀ ਨਾਮ ਜਪਿਆ ਤਾਂ ਉਹ ਅਗਲਾ ਕਹਿੰਦਾ ਐਂ ਜਪਦਾ ਜੀ, ਐਂ ਜਪਦਾ। ਕੀ ਹੁੰਦਾ? ਨਿਸਤਾਰਾ, ਉਹਦੀ ਕਾਲਖ ਲੈ ਜਾਂਦੀ ਹੈ, ਉਹਦੀ ਅਗਿਆਨਤਾ ਖਤਮ ਹੋ ਜਾਂਦੀ ਹੈ ਜਿਹੜਾ ਰਾਮ ਦੇ ਨਾਮ ਨਾਲ ਜੁੜ ਜਾਂਦਾ। ਸ਼ਬਦ ਰਤੇ ਹਰ ਪਾਹਾ। ਲੈ ਵੀ ਗੁਰਮੁਖ ਪਿਆਰਿਓ, ਆਪਾਂ ਨੂੰ ਅਖੀਰਲੇ ਸਮੇਤ ਮੇਰੇ ਇਹ ਅਖੀਰਲਾ ਜਿਹੜਾ ਬਚਨ ਆ, ਸ਼ਬਦ ਰਤੇ ਹਰ ਪਾਹਾ। ਹਰੀ ਦਾ ਪਾਹ ਚੜ੍ਹ ਜਾਂਦਾ, ਪਰਮਾਤਮਾ ਦਾ ਸੱਚ ਦਾ ਨਾਮ ਦਾ ਰੰਗ ਚੜ੍ਹ ਜਾਂਦਾ। ਕਿਹਦੇ 'ਤੇ? ਜਿਹੜਾ ਸ਼ਬਦ ਵਿੱਚ ਰੰਗਿਆ ਜਾਵੇ। ਇਸ ਕਰਕੇ ਭਾਈ ਸ਼ਬਦ ਨਾਲ ਜੁੜਨਾ, ਗੁਰੂ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਗੁਰਬਾਣੀ ਤੋਂ ਬਿਨਾਂ, ਗੁਰੂ ਤੋਂ ਬਿਨਾਂ ਸਾਡਾ ਪਾਰ ਉਤਾਰਾ ਨਹੀਂ ਹੋ ਸਕਦਾ। ਤਿੰਨਾਂ ਗੁਣਾਂ ਦੇ ਵਿੱਚ ਜੀਵਨ ਰਹਿ ਸਕਦਾ। ਬਾਹਰੋਂ ਧਰਮੀ ਹੋ ਸਕਦੇ ਆ, ਬਾਹਰੋਂ ਵੱਡੇ ਹੋ ਸਕਦੇ ਆ, ਬਾਹਰਲੀਆਂ ਵਡਿਆਈਆਂ ਹੋ ਸਕਦੀਆਂ, ਪਰ ਕਿਤੇ ਅੰਦਰ ਝਾਤੀ ਵੱਜ ਜਾਵੇ ਨਾ ਤੇ ਅੰਦਰ ਕਲਕਲ ਆ ਜਿਹੜੀ ਉਹ ਹੋ ਰਹੀ ਹੈ। ਕਰਮਾਂ ਵਾਲੇ ਆ, ਭਾਗਾਂ ਵਾਲੇ ਆ ਜਿਨ੍ਹਾਂ ਦੇ ਆਪਣੇ ਅੰਦਰ ਝਾਤੀ ਵੱਜ ਜਾਂਦੀ ਹੈ। ਬਸ ਗੁਰਬਾਣੀ ਦਾ ਭਾਵ ਇਹੀ ਹੈ, ਭਾਈ ਆਪਣੇ ਆਪ ਨੂੰ ਸੁਧਾਰ। ਬਸ ਮੇਰੀ ਬੇਨਤੀ ਇਹੀ ਹੈ ਕਿ ਆਪਣੇ ਆਪ ਨੂੰ ਸੁਧਾਰਨਾ, ਅਸੀਂ ਉਸ ਮੰਜ਼ਿਲ ਤੱਕ ਪਹੁੰਚਣਾ ਆਤਮਾ ਅਤੇ ਪ੍ਰਮਾਤਮਾ ਦਾ, ਜਿੱਥੇ ਮਿਲਾਪ ਹੋ ਜਾਂਦਾ, ਜਿੱਥੇ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਉਸ ਤੋਂ ਬਾਅਦ ਜਦੋਂ ਉੱਥੇ ਪਹੁੰਚ ਗਏ, ਕੁਛ ਗੱਲਾਂ ਗੁਰਮੁਖ ਪਿਆਰਿਓ ਜਿੰਨੀਆਂ ਮਰਜ਼ੀ ਸੁਣਾਈ ਜਾਈਏ, ਮੇਰੀ ਤਾਂ ਸਿੱਧੀ ਜੀ ਗੱਲ ਇਹ ਆ
ਵੀ ਕੁਝ ਗੱਲਾਂ ਉੱਥੇ ਪਹੁੰਚ ਕੇ ਹੀ ਪਤਾ ਲੱਗਦਾ। ਅਸਲ ਸੱਚ ਇਹ ਆ ਬਈ ਜਿੰਨਾ ਮਰਜ਼ੀ ਸਮਝਾਈ ਜਾਈਏ ਬੱਚੇ ਨੂੰ ਵੀ ਜਵਾਨੀ ਕੀ ਹੁੰਦੀ ਹੈ, ਤੇ ਜਦੋਂ ਜਵਾਨੀ 'ਚ ਪਹੁੰਚ ਗਿਆ ਨਾ ਪਤਾ ਉਦੋਂ ਹੀ ਲੱਗਦਾ। ਜਵਾਨ ਨੂੰ ਜਿੰਨਾ ਮਰਜ਼ੀ ਸਮਝਾ ਦਈਏ ਵੀ ਬੁਢਾਪਾ ਐਂ ਹੁੰਦਾ, ਪਰ ਜਦੋਂ ਬੁਢਾਪੇ 'ਚ ਪਹੁੰਚ ਗਿਆ ਪਤਾ ਉਦੋਂ ਹੀ ਲੱਗਦਾ। ਇਸ ਤਰ੍ਹਾਂ ਜਿਹੜੀਆਂ ਅੰਦਰਲੀਆਂ ਅਵਸਥਾਵਾਂ ਨਾ, ਇਸੇ ਨੂੰ ਕਿਹਾ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ, ਕਿਉਂਕਿ ਤਾਲਾ ਅੱਡੋ ਅੱਡ ਹਰ ਇੱਕ ਦੇ ਬੰਦੇ ਦੇ ਰਹਿਣ ਦੇ। ਇਸ ਕਰਕੇ ਤਾਹਾਂ ਵਾਲਾ ਥੱਲੇ ਨਾਲ ਨਹੀਂ ਜੁੜ ਸਕਦਾ। ਜਾਂ ਮੇਰਾ ਦੇਸੀ ਜਿਹਾ ਤਰੀਕਾ ਜਿਵੇਂ ਕਹਿ ਲਈਏ ਵੀ ਪੁੱਠਾ 100 ਲਿਖ ਲਿਆ ਕਰੋ, ਥੱਲਿਓਂ ਸ਼ੁਰੂ ਹੋਵੇ 1 2 3 4 ਐਂ 100 ਲਿਖ ਲਿਆ ਪੁੱਠਾ, 100 ਦੀਆਂ 10 ਲਾਈਨਾਂ ਬਣ ਗਈਆਂ। ਪਹਿਲੀ ਲਾਈਨ, ਦੂਜੀ, ਤੀਜੀ, ਉੱਪਰਲੀ 100 ਵਾਲੀ ਆ, ਠੀਕ ਆ। ਹੁਣ ਇਸ ਤਰ੍ਹਾਂ ਮਨੁੱਖ ਦੀਆਂ ਅਵਸਥਾਵਾਂ ਵਾ ਇਹ ਦੁਨੀਆ। ਕੋਈ ਤਾਂ ਹੁਣ ਜਮਾਂ ਹੀ ਥੱਲੇ ਰਹਿ ਰਿਹਾ, ਕੋਈ ਦੂਜੀ ਮੰਜ਼ਿਲ 'ਤੇ, ਕੋਈ ਤੀਜੀ, ਚੌਥੀ, ਪੰਜਵੀਂ, 10ਵੀਂ 'ਤੇ ਤਾਂ ਕੋਈ ਪਹੁੰਚਦਾ। 100 ਆ ਜਿਹੜਾ ਉਹ 10ਵੀਂ ਹੈ, ਇਹਨੂੰ 10ਵਾਂ ਦੁਆਰ ਕਿਹਾ ਜਾਂਦਾ, ਜਿਹੜਾ 3 ਗੁਣਾ ਤੋਂ ਪਾਰ ਹੋ ਜਾਂਦਾ, ਉਸ ਮੰਜ਼ਿਲ 'ਚ ਉੱਥੇ ਪਹੁੰਚ ਜਾਂਦਾ। ਪਹੁੰਚਣਾ ਕਿਵੇਂ ਆ? ਸੱਚ ਦੇ ਉਸ ਰਸਤੇ 'ਤੇ ਪਹੁੰਚ ਜਾਂਦਾ। ਇਹ ਕੀ ਹੈ? ਸਾਰਿਆਂ ਨੇ ਆਪੋ ਆਪਣੇ ਰਸਤੇ 'ਤੇ ਭਾਈ। ਇੱਕ ਹਿੰਦੂ ਵੀਰ ਨੇ ਆਪਣੇ ਮੁਤਾਬਕ ਚੰਗਾ ਇਨਸਾਨ ਬਣਨਾ, ਗੁਰਮੁਖ ਬਣਨਾ ਕਹਿ ਲਈਏ, ਜਾਂ ਸੱਚ ਦੀ ਮੰਜ਼ਿਲ 'ਤੇ ਪਹੁੰਚਣਾ। ਅਤੇ ਅਸੀਂ, ਸਾਡੇ ਵਾਸਤੇ ਆ ਗੁਰਬਾਣੀ, ਅਤੇ ਹੈ ਇਹ ਸਾਰਿਆਂ ਵਾਸਤੇ ਆ ਗੁਰਬਾਣੀ, ਅਗਰ ਮੰਨ ਲਵੇ ਤਾਂ। ਪਰ ਬਹੁਤੇ ਤਾਂ ਅਸੀਂ ਸਿੱਖ ਵੀ ਨਹੀਂ ਇੱਧਰ ਨੂੰ ਖੋਜ ਵੱਲ ਨੂੰ ਚੱਲੇ। ਗੁਰਬਾਣੀ ਪੜ੍ਹਨੀ, ਸੁਣਨੀ, ਸਮਝਣੀ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ 'ਤੇ ਕਿਰਪਾ ਕਰਨ। ਬਸ ਇੱਕੋ ਇੱਕ ਮਕਸਦ ਆ, ਇੱਕੋ ਇੱਕ ਹੀ ਆ ਟੀਚਾ ਕਿ ਗੁਰਬਾਣੀ ਲੜ ਲੱਗੋ ਭਾਈ। ਗੁਰਬਾਣੀ ਨੂੰ ਆਪ ਵੀ ਪੜ੍ਹੋ ਅਤੇ ਆਪਣੇ ਬੱਚਿਆਂ ਨੂੰ ਵੀ ਪੜ੍ਹਾਓ। ਇਹੀ ਇਸ ਵਿਦਿਆਲੇ ਦਾ ਮਕਸਦ ਆ। ਗੁਰਬਾਣੀ ਲੜ ਲੱਗੋ ਭਾਈ। ਹੋਈਆਂ ਭੁੱਲਾਂ, ਗਲਤੀਆਂ, ਕਮੀਆਂ ਦੀ ਮਾफ़ੀ ਬਖਸ਼ਣਾ ਜੀ। ਆਓ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।